कल आप प्रसंग श्रवण कर चुके हो कि श्री माता ਸਾਹਿਬ ਦੀ ਮਾਂ ਕੌਰ ਜੀ ਤੇ ਮਾਤਾ ਸੁੰਦਰ ਕੌਰ ਜੀ ਸਿੰਘ ਸਾਹਿਬ ਗਿਆਨੀ ਭਾਈ ਮਨੀ ਸਿੰਘ ਜੀ ਦੇ ਨਾਲ ਦਿੱਲੀ ਤੋਂ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਪਹੁੰਚੀਆਂ ਨੇ। ਔਰ ਸਾਹਿਬਜ਼ਾਦਿਆਂ ਦੇ ਦਰਸ਼ਨ ਨਹੀਂ ਹੋਏ। ਪਤਾ ਚੱਲਿਆ ਕਿ ਚਾਰੇ ਸਾਹਿਬਜ਼ਾਦੇ ਸ਼ਹੀਦੀਆਂ ਪਾ ਗਏ। ਬਹੁਤ ਜ਼ਿਆਦਾ ਉਹਨਾਂ ਨੇ ਅੱਖਾਂ ਦੇ ਵਿੱਚੋਂ ਵੈਰਾਗ ਦਾ ਜਲ ਕੇਰਦਿਆਂ ਅਫਸੋਸ ਕੀਤਾ। ਸਾਹਿਬਜ਼ਾਦਿਆਂ ਨੂੰ ਯਾਦ ਕਰਦਿਆਂ ਗੁਰੂ ਜੀ ਦੇ ਚਰਨ ਵੈਰਾਗ ਜਲ ਨਾਲ ਧੋ ਦਿੱਤੇ। ਸਤਿਗੁਰੂ ਪਾਤਸ਼ਾਹ ਜੀ ਨੇ ਉਹਨਾਂ ਨੂੰ ਉਪਦੇਸ਼ ਦਿੱਤਾ ਕਿ ਜੰਮਣ ਮਰਨੋਂ ਬਾਹਰੇ ਪਰ ਉਪਕਾਰੀ ਜਗ ਵਿੱਚ ਆਏ। ਤੁਸੀਂ ਧੰਨ ਹੋ ਜਿਨ੍ਹਾਂ ਨੇ ਇਹੋ ਜਿਹੇ ਸਾਹਿਬਜ਼ਾਦਿਆਂ ਨੂੰ ਜਨਮ ਦਿੱਤਾ ਹੈ। ਉਹ ਤਾਂ ਜਨਮ ਮਰਨ ਦੋਹੂੰ ਮਹਿ ਨਾਹੀ ਜਨ ਪਰ ਉਪਕਾਰੀ ਆਏ। ਜੀਅ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਣ ਮਲਾਏ। ਜਨਨੀ ਜਨੈ ਦਾ ਭਗਤ ਜਨ ਕਹਿ ਦਾਤਾ ਕੈ ਸੂਰ ਨਾਹੀ ਤਾਂ ਜਨਨੀ ਬਾਂਝ ਰਹੇ ਕਾਹੀ ਗਵਾਵੇ ਨੂਰ। ਭਗਤ ਸੂਰਦਾਸ ਜੀ ਸਾਹਿਬਜ਼ਾਦੇ ਭਗਤ ਵੀ ਸਨ, ਦਾਨੀ ਵੀ ਸਨ ਤੇ ਸੂਰਮੇ ਵੀ ਸੂਰਮ ਗਤੀ ਨਿਭਾਉਂਦਿਆਂ ਕੁਰਬਾਨੀ ਕਰ ਗਏ। ਉਹਨਾਂ ਨੂੰ ਰੋਣਾ ਯੋਗ ਨਹੀਂ ਹੈ। ਕਬੀਰ ਸੰਤ ਮੋਏ ਕਿਆ ਰੋਈਐ ਜੋ ਆਪਣੇ ਗ੍ਰਹਿ ਜਾਏ। ਰੋਵ ਹੋ ਸਾਖਤ ਬਾਪਰੇ ਜੋ ਹਟੈ ਹਾਟ ਵਿਕਾਏ। ਸਾਹਿਬਜ਼ਾਦਿਆਂ ਨੇ ਸੱਚਖੰਡ ਅਸਥਾਨ ਪ੍ਰਾਪਤ ਕੀਤਾ ਹੈ ਅਤੇ ਜਗਤ ਦੇ ਵਿੱਚ ਰਹਿੰਦੀ ਦੁਨੀਆ ਤੱਕ ਜਸ ਪ੍ਰਾਪਤ ਕੀਤਾ ਹੈ। ਉਹਨਾਂ ਨੇ ਸਰੀਰ ਧਾਰਨ ਦਾ ਲਾਭ ਲੈ ਲਿਆ। ਇਹੋ ਜਿਹੇ ਸੂਰਮਿਆਂ ਦੀਆਂ ਮਾਤਾਵਾਂ ਨੂੰ ਅਫਸੋਸ ਕਰਨਾ ਯੋਗ ਨਹੀਂ ਹੈ। ਬਾਕੀ ਸੰਸਾਰ ਤਾਂ ਨਿਤ ਜੰਮਦਾ ਹੈ, ਨਿਤ ਮਰਦਾ ਹੈ। ਪਹਿਲਾਂ ਬਚਪਨ ਹੈ, ਫਿਰ ਜਵਾਨੀ ਹੈ, ਫਿਰ ਬਜ਼ੁਰਗ ਅਵਸਥਾ ਹੈ ਤੇ ਬਜ਼ੁਰਗ ਅਵਸਥਾ ਦੇ ਵਿੱਚ ਤਾਂ ਚੜ੍ਹਾਈ ਕਰਨਾ ਹੀ ਪੈਂਦਾ ਹੈ। ਬਾਕੀ ਵਾਹਿਗੁਰੂ ਜੀ ਦੀ ਮਰਜ਼ੀ ਹੈ। ਜੈਸੇ ਕਿਰਸਾਨ ਬੋਵੇ ਕਿਰਸਾਨੀ ਕਾਚੀ ਪਾਕੀ ਬਾੜ ਪੁਰਾਨੀ। ਉਹ ਭਾਵੇਂ ਬਚਪਨ ਵਿੱਚ ਲੈ ਜਾਏ, ਭਾਵੇਂ ਜਵਾਨੀ ਵਿੱਚ ਲੈ ਜਾਏ ਤੇ ਭਾਵੇਂ ਬਜ਼ੁਰਗ ਹੋਏ ਤੋਂ ਵੀ ਬਾਤ ਨਾ ਪੁੱਛੇ, ਉਹਦੀ ਮਰਜ਼ੀ ਹੈ। ਸੋ ਇਹ ਬਿਨਸਨਹਾਰ ਸੰਸਾਰ ਦੇ ਵਿੱਚ ਜਿੰਨੀ ਵੀ ਕੋਈ ਵੱਧ ਪ੍ਰੀਤੀ ਕਰਦਾ ਹੈ ਓਨਾ ਹੀ ਉਹਦੇ ਮਨ ਦੀ ਪੀੜਾ ਵੱਧਦੀ ਜਾਂਦੀ ਹੈ। ਪਰ ਜੇ ਮੌਤ ਨੂੰ ਸੱਤ ਮੰਨ ਕੇ ਸਰੀਰ ਨੂੰ ਕਿਸੇ ਸੇਵਾ ਦੇ ਵਿੱਚ ਲਾ ਕੇ ਸਫਲ ਕਰ ਦਿੱਤਾ ਜਾਏ, ਉਹ ਜੰਮਣ ਤੇ ਮਰਨ ਦਾ ਗੇੜਾ ਨਹੀਂ ਪਾਉਂਦਾ। ਔਰ ਇਹੋ ਜਿਹੀ ਜਗ੍ਹਾ ਤੇ ਨਿਵਾਸ ਕਰਦਾ ਜਿੱਥੇ ਆਨੰਦ ਹੀ ਆਨੰਦ ਹੈ। ਹਰਖ ਅਨੰਤ ਸੋਗ ਨਹੀਂ ਬੀਆ ਸੋ ਘਰ ਗੁਰੂ ਨਾਨਕ ਕੋ ਦੀਆ। ਤੁਹਾਡੇ ਜੋ ਸਾਹਿਬਜ਼ਾਦੇ ਨੇ ਸੋ ਮਹਾਰਾਜ ਨੇ ਸੰਗਤ ਵੱਲ ਉਂਗਲ ਦਾ ਇਸ਼ਾਰਾ ਕਰਕੇ ਆਖਿਆ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ। ਚਾਰ ਮੁਏ ਤੋ ਕਿਆ ਹੁਆ ਜੀਵਤ ਲੱਖ ਹਜ਼ਾਰ। ਸੋ ਇਉਂ ਇਹ ਕੱਲ ਦੀ ਕਥਾ ਵਿੱਚ ਆਪ ਨੇ ਪ੍ਰਸੰਗ ਸਰਵਣ ਕੀਤਾ। ਆਓ ਪਿਆਰ ਦੇ ਨਾਲ ਅਗਲਾ ਪ੍ਰਸੰਗ ਸਰਵਣ ਕਰੋ ਜੀ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਇਤਿਆਦ ਕੈ ਰੁਦਤ ਹਟਾਈ। ਇੰਜ ਗੁਰੂ ਸਾਹਿਬਾਂ ਨੇ ਸਾਡੀਆਂ ਮਾਤਾਵਾਂ ਨੂੰ ਆਪਣਾ ਪਵਿੱਤਰ ਪਾਵਨ ਉਪਦੇਸ਼ ਬਖਸ਼ਿਸ਼ ਕਰਕੇ ਰੋਣ ਤੋਂ ਹਟਾ ਦਿੱਤਾ। ਤਉ ਨ ਪੁੱਤਰ ਪਰਿਤ ਮਨ ਜਾਈ। ਮਾਤਾਵਾਂ ਦੇ ਮਨ ਵਿੱਚੋਂ ਤਾਂ ਵੀ ਪੁੱਤਰਾਂ ਦਾ ਪ੍ਰੇਮ ਨਹੀਂ ਜਾਂਦਾ ਹੈ। ਇਤਨੇ ਮੈਂ ਡੱਲਾ ਚਲ ਆਇਓ। ਇੰਨੇ ਵਿੱਚ ਭਾਈ ਡੱਲਾ ਸਰਦਾਰ ਉਹ ਚੱਲ ਕੇ ਪਹੁੰਚਿਆ ਹੈ। ਹਾਥ ਜੋਰ ਕਰ ਬਾਕੇ ਲਾਇਓ। ਔਰ ਹੱਥ ਜੋੜ ਕੇ ਉਹਨੇ ਬੇਨਤੀ ਕੀਤੀ। ਇਹੋ ਆਇਸ ਅਬੈ ਨੇ ਗੁਸਾਈ। ਇਹ ਮਾਲਕ ਸਵਾਮੀ ਸਤਿਗੁਰੂ ਜੀ ਹੁਣ ਆਪ ਜੀ ਇਹਨਾਂ ਨੂੰ ਆਗਿਆ ਦੇਵੋ। ਬਸੈ ਦੁਰਗ ਕੇ ਅੰਤਰ ਜਾਈ। ਇਹ ਕਿਲੇ ਦੇ ਅੰਦਰ ਜਾ ਕੇ ਨਿਵਾਸ ਕਰਨ, ਭਾ ਮੇਰੀ ਹਵੇਲੀ ਵਿੱਚ ਜਾਣ। ਸਦਨ ਬ੍ਰਥ ਕੇ ਨ ਹਿਤ ਕੇ ਖਾਲੀ। ਪਹਿਲਾ ਘਰ ਇਹਨਾਂ ਵਾਸਤੇ ਮੈਂ ਪਹਿਲਾਂ ਹੀ ਖਾਲੀ ਕੀਤਾ ਹੋਇਆ ਹੈ। ਕਰ ਹੈ ਬਾਸ ਕੋ ਤਹਾਂ ਸੁਖਾਲੀ। ਸੁਖ ਦੇ ਸਹਿਤ ਉਥੇ ਨਿਵਾਸ ਕਰਨਗੀਆਂ ਮਾਤਾਵਾਂ। ਸੁਨ ਗੁਰ ਕਹਿਓ ਬੂਝਲ ਹੋਇਨ ਕੋ। ਸੱਚੇ ਪਾਤਸ਼ਾਹ ਜੀ ਕਹਿੰਦੇ ਤੁਸੀਂ ਇਹਨਾਂ ਨੂੰ ਹੀ ਪੁੱਛ ਲਵੋ। ਬਸ ਹੈ ਤਹਾਂ ਜਹ ਭਾਵਤ ਮਨ ਕੋ। ਜਿੱਥੇ ਇਹਨਾਂ ਦੇ ਮਨ ਨੂੰ ਚੰਗਾ ਲੱਗਦਾ ਹੈ ਉਥੇ ਆਪਣਾ ਨਿਵਾਸ ਕਰ ਲੈਣ। ਤਬ ਡੱਲਾ ਦੋਨੋਂ ਟਿਕ ਗਇਓ। ਤਦੋਂ ਡੱਲਾ ਸਰਦਾਰ ਦੋਨਾਂ ਮਾਤਾਵਾਂ ਦੇ ਪਾਸ ਗਿਆ। ਹਾਥ ਜੋਰ ਕਰ ਬੋਲਤ ਪਾਇਓ। ਦੋਨੇ ਹੱਥ ਜੋੜ ਕੇ ਬੇਨਤੀ ਕਰਨ ਲੱਗਾ। ਚਲਹੁ ਮਾਤ ਜੀ ਦੁਰਗ ਕੇ ਅੰਤਰ। ਹੇ ਮਾਤਾ ਸਾਹਿਬ ਜੀ ਕਿਲੇ ਦੇ ਅੰਦਰ ਮੇਰੇ ਨਾਲ ਚੱਲੋ। ਤੇਰਹੁ ਭਲੇ ਸੁਖਾਂ ਲਹੋ ਨਿਰੰਤਰ। ਭਲੀ ਪ੍ਰਕਾਰ ਉਥੇ ਰਹੋ ਤੇ ਸਦਾ ਸੁਖ ਲਵੋ। ਮੂਰਖ ਟੰਬ ਸਕਲ ਕਰ ਜੂਰ ਹੈ। ਮੇਰਾ ਸਾਰਾ ਪਰਿਵਾਰ ਹੱਥ ਜੋੜਦਾ ਹੈ ਜਾਂ ਤੁਹਾਡੇ ਅੱਗੇ ਹੱਥ ਜੋੜ ਕੇ ਸੇਵਾ ਲਈ ਖੜਾ ਰਹੇਗਾ। ਸਭ ਬਿਦ ਸੇਵਾ ਹੈ ਚਰਨ ਨੇ ਹੋ ਰਹਾ। ਸਭ ਤਰ੍ਹਾਂ ਤੁਹਾਡੇ ਚਰਨਾਂ ਦੀ ਸਾਰੇ ਮੈਂਬਰ ਸੇਵਾ ਕਰਨਗੇ। ਜਨਮ ਸਫਲ ਹਮ ਸਭ ਕੋ ਕਰੀਆ ਹੈ। ਸਾਡੇ ਸਭਨਾਂ ਦਾ ਮਨੁੱਖਾ ਜਨਮ ਸੇਵਾ ਬਖਸ਼ ਕੇ ਸਫਲਾ ਬਣਾਓ ਜੀ। ਅੰਤਰ ਉਤਰਹੁ ਭਲੇ ਵਿਚਰੀਆ ਹੈ। ਆਪ ਜੀ ਅੰਦਰ ਉਤਾਰਾ ਕਰਕੇ ਭਲੀ ਪ੍ਰਕਾਰ ਵਿਚਰੋ। ਡੱਲਾ ਸਰਦਾਰ ਸੀ ਉਹਨੂੰ ਖੜਿਆਂ ਵੇਖ ਕਰਕੇ ਜੋ ਸਨਮੁਖ ਸਾਹਮਣੇ ਖੜ ਕੇ ਹੱਥ ਜੋੜ ਕੇ ਮਾਤਾਵਾਂ ਦੇ ਸਾਹਮਣੇ ਬੇਨਤੀ ਕਰ ਰਿਹਾ ਸੀ। ਡੱਲੇ ਨੂੰ ਸਾਹਮਣੇ ਖੜਿਆ ਦੇਖ ਕੇ ਮਾਤਾਵਾਂ ਨੇ ਆਖਣਾ ਕੀਤਾ। ਪ੍ਰਭ ਕੇ ਪਗਨ ਬਿਖਹੀ ਪਾਲੋ। ਕਿ ਸਤਿਗੁਰੂ ਜੀ ਦੇ ਚਰਨਾਂ ਵਿੱਚ ਹੀ ਸਾਡਾ ਭਲਾ ਹੈ। ਚਰਨ ਸਰੋਜਨ ਬਿਛਰ ਨ ਚਾਹਤ। ਇਹਨਾਂ ਚਰਨ ਕਮਲਾਂ ਤੋਂ ਅਸੀਂ ਵਿਛੜਨਾ ਨਹੀਂ ਚਾਹੁੰਦੀਆਂ। ਬਹੁ ਦਿਨ ਤੇ ਹਮ ਪਿਖਨ ਅਮਾਹਤ। ਕਿਉਂਕਿ ਬੜਾ ਚਿਰ ਅਸੀਂ ਵਿਛੜੀਆਂ ਰਹੀਆਂ ਹਾਂ। ਬਹੁਤੇ ਦਿਨਾਂ ਤੋਂ ਇਹਨਾਂ ਦੇ ਦਰਸ਼ਨਾਂ ਦੀ ਚਾਹਨਾ ਸੀਗੀ। ਹੁਣ ਇਹਨਾਂ ਦੇ ਕੋਲ ਆ ਕੇ ਵੀ ਆਪਾਂ ਵੱਖ ਹੋ ਜਾਈਏ ਤੇ ਇਸ ਵਾਸਤੇ ਸਾਨੂੰ ਚੰਗਾ ਨਹੀਂ ਲੱਗ ਰਿਹਾ। ਕਿਤਕ ਫਰਕ ਕਰ ਸਿਵਰੇ ਉਤਾਰਾ। ਆਪਾਂ ਵੀ ਇਹਨਾਂ ਵਾਂਗ ਬਾਹਰ ਤੰਬੂ ਦੇ ਵਿੱਚ ਵੱਖਰੀ ਜਗ੍ਹਾ ਤੇ ਹੀ ਰਹਾਂਗੀਆਂ। ਘਰ ਦੇ ਵਿੱਚ ਨਹੀਂ ਨਿਵਾਸ ਕਰਾਂਗੀਆਂ। ਗੁਰੂ ਜੀ ਤੋਂ ਕੁਝ ਕੁ ਫਰਕ ਦੇ ਨਾਲ ਮਾਤਾਵਾਂ ਦਾ ਵੱਖਰਾ ਤੰਬੂ ਲਗਵਾਇਆ ਗਿਆ ਤੇ ਉਹਨਾਂ ਨੇ ਆਪਦੇ ਵੱਖਰੇ ਤੰਬੂ ਦੇ ਵਿੱਚ ਹੀ
ਮਹਾਰਾਜ ਵਾਂਗ ਨਿਵਾਸ ਕੀਤਾ। ਤੰਬੂ ਤਨਿਓ ਕਨਾਤ ਮਝਾਰਾ ਸੋ ਕਨਾਤਾਂ ਦੇ ਵਿੱਚ ਮਾਤਾਵਾਂ ਦੇ ਤੰਬੂ ਲਵਾ ਦਿੱਤੇ ਗਏ। ਸੁਤ ਸੋਕਾਰਤ ਸੁੰਦਰੀ ਸੁੰਦਰ ਮਾਤਾ ਜੋ ਖੂਬਸੂਰਤ ਸਨ ਸੁੰਦਰ ਕੌਰ ਜੀ ਆਪਦੇ ਸਾਹਿਬਜ਼ਾਦਿਆਂ ਨੂੰ ਯਾਦ ਕਰਦੇ ਨੇ। ਸਾਹਿਬ ਦੇਵੀ ਜੁਤ ਥਿਰ ਅੰਦਰ ਮਾਤਾ ਸਾਹਿਬ ਦੀ ਮਾਂ ਕੌਰ ਸਹਿਤ ਅੰਦਰ ਬੈਠੇ ਬੜੇ ਅਫਸੋਸ ਦੇ ਸਹਿਤ ਹਨ। ਡੱਲਾ ਕਰ ਆਹਾਰ ਬਿਦ ਨਾਨਾ ਜਿਹੜਾ ਡੱਲਾ ਸਰਦਾਰ ਹੈ ਅਨੇਕ ਤਰ੍ਹਾਂ ਦੇ ਕਿਲੇ ਦੀ ਅੰਦਰ ਭੋਜਨ ਤਿਆਰ ਕਰ ਰਿਹਾ ਹੈ। ਹਾਰ ਪੁਚਾਵੈ ਪ੍ਰੀਤ ਮਹਾਨਾ ਥਾਲ ਦੇ ਵਿੱਚ ਪਰੋਸ ਕਰਕੇ ਬਹੁਤੀ ਪ੍ਰੀਤੀ ਦੇ ਸਹਿਤ ਗੁਰੂ ਸਾਹਿਬ ਦੇ ਤੰਬੂ 'ਚ ਵੱਖਰਾ ਮਾਤਾਵਾਂ ਦੇ ਤੰਬੂਆਂ ਦੇ ਵਿੱਚ ਵੱਖਰਾ ਭੋਜਨ ਪਹੁੰਚਾ ਰਿਹਾ ਹੈ। ਪੰਜ ਦਿਵਸੇ ਸੁਭਾਂਤ ਬਿਤਾਏ ਇੰਜ ਸਾਧ ਸੰਗਤ ਜੀਓ ਸਤਿਗੁਰਾਂ ਨੇ ਉੱਥੇ ਨਿਵਾਸ ਕਰਦਿਆਂ 5 ਦਿਨ ਲਗਾਤਾਰ ਬਤੀਤ ਕੀਤੇ। ਅੰਤਰ ਦੇਗ ਬਨ ਸਭ ਖਾਏ ਅੰਦਰ ਗੁਰੂ ਕਾ ਲੰਗਰ ਤਿਆਰ ਹੁੰਦਾ ਹੈ ਡੱਲੇ ਦੀ ਹਵੇਲੀ ਵਿੱਚ, ਤੇ ਜਿਹੜੇ ਸਿੰਘ ਸੂਰਮੇ ਨੇ ਅੰਦਰ ਪੰਗਤ ਲਗਾ ਕੇ ਛਕ ਆਉਂਦੇ ਨੇ। ਗੁਰੂ ਸਾਹਿਬ ਤੇ ਮਾਤਾਵਾਂ ਲਈ ਥਾਲ ਦੇ ਵਿੱਚ ਪਰੋਸ ਕੇ ਭੋਜਨ ਬਾਹਰ ਹੀ ਆ ਜਾਂਦਾ ਹੈ। ਦਿਵਸ ਖਾਸ਼ਟਮੇ ਪ੍ਰਭ ਫਰਮਾਇਓ ਇਉਂ ਸਾਰੇ ਗੁਰੂ ਕਾ ਲੰਗਰ ਛਕ ਕੇ ਪ੍ਰਸੰਨ ਹੁੰਦੇ ਨੇ। ਜਦ ਛੇਵਾਂ ਦਿਨ ਆਇਆ ਤਾਂ ਸਾਹਿਬਾਂ ਨੇ ਹੁਕਮ ਕੀਤਾ ਦੇਗ ਥਾਨ ਲਿਹੁ ਵਹਿਰ ਬਨਾਇਓ ਕਿ ਹੇ ਖਾਲਸਾ ਜੀ ਤੁਸੀਂ ਲੰਗਰ ਦਾ ਥਾਂ ਲੈ ਕੇ ਆਪਣਾ ਭੋਜਨ ਵੱਖਰਾ ਬਾਹਰ ਹੀ ਬਣਾਓ। ਜਿਹੜੇ ਬਰਾੜ ਜ਼ਿਮੀਂਦਾਰ ਗੁਰੂ ਜੀ ਦੀ ਸਿਕਿਉਰਿਟੀ ਕਰ ਰਹੇ ਸਨ ਘੋੜਸਵਾਰ ਸੁਰੱਖਿਆ ਲਈ, ਉਹਨਾਂ ਦਾ ਪਹਿਲਾਂ ਹੀ ਆਪਦਾ ਰਸਤ ਪਾਣੀ ਜੋ ਮਾਇਆ ਧੀਲਾ ਵੱਖਰਾ ਲੈ ਕੇ ਤੇ ਉਹ ਵੱਖਰਾ ਹੀ ਆਪਦਾ ਬਣਾਉਂਦੇ ਖਾਂਦੇ ਸਨ। ਜਿਹੜੇ ਗੁਰੂ ਜੀ ਦੇ ਖਾਸ ਸਿੰਘ ਸੀਗੇ ਰਹਿਤ ਮਰਜ਼ਾਦਾ ਵਾਲੇ, ਉਹਨਾਂ ਨੂੰ ਵੀ ਮਹਾਰਾਜ ਨੇ ਆਖਿਆ ਕਿ ਤੁਸੀਂ ਵੀ ਆਪਦਾ ਇੱਥੇ ਵੱਖਰਾ ਹੀ ਬਾਹਰ ਹੀ ਬਣਾਓ ਤੇ ਬਾਹਰ ਹੀ ਖਾਓ। ਪੁਨ ਡੱਲੇ ਕੋ ਕੇ ਸਮਝਾਵਨ ਫਿਰ ਡੱਲੇ ਸਰਦਾਰ ਨੂੰ ਗੁਰੂ ਜੀ ਨੇ ਸਮਝਾਉਣਾ ਕੀਤਾ। ਲੰਗਰ ਬਨ ਹੈ ਨਿਕਟ ਹਮ ਖਾਵਨ ਕਿ ਸਾਡਾ ਖਾਲਸਾ ਖੁਦ ਆਪ ਹੀ ਸਾਡੇ ਕੋਲ ਹੀ ਲੰਗਰ ਤਿਆਰ ਕਰੇਗਾ ਤੇ ਇੱਥੇ ਹੀ ਅਸੀਂ ਛਕਣਾ ਕਰਾਂਗੇ। ਕਾਨੋ ਪਾਓ ਹਮਨੇ ਤੋ ਦੇਖਾ ਬਾਕੀ ਰਹੀ ਪ੍ਰੇਮ ਦੀ ਗੱਲ, ਤੇਰੀ ਸੇਵਾ ਸਾਨੂੰ ਪ੍ਰਮਾਣ ਹੋਈ ਹੈ। ਤੇਰੇ ਮਨ ਦੇ ਵਿੱਚ ਬਹੁਤ ਜ਼ਿਆਦਾ ਅਸੀਂ ਪ੍ਰੇਮ ਤੱਕਿਆ ਹੈ। ਲੰਗਰ ਸਭ ਬਿਦ ਕੀਨੀ ਸੇਵ ਵਸੇਖਾ ਸਭ ਤਰ੍ਹਾਂ ਦੇ ਨਾਲ ਤੂੰ ਸਾਡੀ ਬਹੁਤ ਭਾਰੀ ਵਿਸ਼ੇਸ਼ ਸੇਵਾ ਕੀਤੀ ਹੈ। ਸੁਣ ਡੱਲੇ ਕਰ ਜੋਰੇ ਉਚਾਰਾ ਸੁਣ ਕੇ ਡੱਲੇ ਸਰਦਾਰ ਨੇ ਹੱਥ ਜੋੜ ਕੇ ਬੇਨਤੀ ਕੀਤੀ ਮੋਹੇ ਕਟੰਬ ਸਮਾਜ ਸਾਰਾ ਇਹ ਸੱਚੇ ਪਾਤਸ਼ਾਹ ਮੇਰਾ ਸਾਰਾ ਪਰਿਵਾਰ ਇਹ ਤੁਹਾਡਾ ਹੀ ਸਮਾਜ ਹੈ, ਤੁਹਾਡਾ ਹੀ ਪਰਿਵਾਰ ਸਮਝੋ। ਦੁਰਗ ਤੀਨ ਹੈ ਮਹਿਕ ਉਦਾਰਾ ਜੋ ਮੇਰਾ ਕਿਲਾ ਹੈ ਇਹ ਤੁਹਾਡਾ ਕਿਲਾ ਹੈ, ਜੋ ਮੇਰੀਆਂ ਗਾਈਆਂ ਨੇ ਮੱਝਾਂ ਨੇ ਘੋੜੇ ਨੇ ਇਹ ਸਭ ਕੁਝ ਸੱਚੇ ਪਾਤਸ਼ਾਹ ਤੁਹਾਡਾ ਹੀ ਹੈ। ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ। ਘਰ ਬਾਹਰ ਸਭ ਹੈ ਤੁਮਾਰਾ ਘਰ ਦੇ ਵਿੱਚ ਵੀ ਤੁਹਾਡਾ ਹੀ ਦਿੱਤਾ ਸੀ ਦੇ ਰਹੇ ਹਾਂ, ਜੇ ਬਾਹਰ ਬਣਾਉਣਾ ਹੈ
ਤਾਂ ਫਿਰ ਉਹ ਤਾਂ ਆਪ ਜੀ ਦਾ ਹੀ ਹੈ। ਜਤਾ ਸਖਤ ਮੈਂ ਦੇਗ ਬਨਹਾਉ, ਯਥਾ ਸ਼ਕਤ ਜਿੰਨੇ ਚ ਮੇਰੀ ਸਮਰੱਥਾ ਜਿੰਨੀ ਕੁ ਹੈ ਮੈਂ ਲੰਗਰ ਤਿਆਰ ਕਰਦਾ ਹਾਂ ਜੀ। ਲੇਹੁ ਸ਼ਰਦਾ ਪਿਖ ਜਬ ਲਗਦਾ ਹਾਂ, ਮੇਰੀ ਸ਼ਰਧਾ ਨੂੰ ਵੇਖੋ ਜਦ ਤੱਕ ਦਿੰਦਾ ਹਾਂ। ਘਰ ਮੈਂ ਅੰਨ ਆਪ ਕੋ ਸਾਰਾ, ਸਾਡੇ ਘਰ ਵਿੱਚ ਵੀ ਆਪ ਦਾ ਹੀ ਦਿੱਤਾ ਸਾਰਾ ਅੰਨ ਪਾਣੀ ਹੈ। ਘਰ ਹਉ ਸਿੰਘਨ ਸਹਿਤ ਯਾਰਾ, ਮਹਾਰਾਜ ਮੈਂ ਸਿੰਘਾਂ ਦੀ ਸਹਿਤ ਆਪ ਦਾ ਹੀ ਦਿੱਤਾ ਭੋਜਨ ਆਪ ਦੇ ਘਰ ਵਿੱਚ ਛਕਦਾ ਹਾਂ। ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ। ਹੁਣ ਗੁਰ ਭਾਖਿਓ ਖੁਸ਼ੀ ਹਮਾਰੀ, ਫਿਰ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਇੰਜ ਨਹੀਂ ਅਸੀਂ ਸੋਚਿਆ ਹੈ, ਇਹ ਤਾਂ ਸਾਡੀ ਖੁਸ਼ੀ ਹੈ, ਆਪ ਦੀ ਮੌਜ ਹੈ। ਬਨ ਹੈ ਦੇਗ ਬਾਹਰ ਅਬਸਾਰੀ, ਕਿ ਹੁਣ ਸਾਰਾ ਲੰਗਰ ਬਾਹਰ ਹੀ ਤਿਆਰ ਹੋਵੇਗਾ। ਮੈਂ ਵੇਖਿਆ ਹੈ ਗੁਰੂ ਜੀ ਦੀ ਮਰਿਆਦਾ ਬਿਲਕੁਲ ਸਹੀ ਹੈ। ਹੁਣ ਇਹੀ ਕਥਾ ਮੈਂ ਆਪਦੇ ਘਰ ਸ਼ੁਰੂ ਕਰ ਲਵਾਂਗਾ। ਤੁਸੀਂ 100 ਵਾਰ ਸੋਚੋਗੇ ਵੀ ਜਾਈਏ ਨਾ ਜਾਈਏ। ਇਹ ਪਬਲਿਕ ਪਲੇਸ ਸਾਂਝੀ ਜਗ੍ਹਾ ਹੈ, ਸਾਡੇ ਮਾਂ ਪਿਓ ਦਾ ਘਰ, ਸ਼ਹੀਦਾਂ ਦਾ ਪਵਿੱਤਰ ਸਥਾਨ। ਇਹੀ ਜਿਹੜੀਆਂ ਰੋਟੀਆਂ ਪ੍ਰਸ਼ਾਦੇ ਲੰਗਰ 'ਚ ਮਿਲਦੇ ਨੇ, ਜੇ ਅਸੀਂ ਆਪਦੇ ਘਰ ਵਰਤਾਉਣੇ ਵੀ ਸ਼ੁਰੂ ਕਰ ਦਈਏ, ਪਹਿਲੀ ਗੱਲ ਤਾਂ ਵਰਤਾ ਹੀ ਨਹੀਂ ਸਕਦੇ। ਜਿਸ ਤਰ੍ਹਾਂ ਸੰਗਤ ਨਿਮਰਤਾ ਦੇ ਨਾਲ ਟਾਟ ਵੀ ਨਹੀਂ ਵਿਛੇ ਹੁੰਦੇ। ਆ 10ਵੀਂ ਸੰਗਰਾਂਦ ਨੂੰ ਪੁੰਜੇ ਬਹਿ ਕੇ ਖਾਂਦੇ ਨੇ ਲੋਕ, ਬਿਠਾ ਕੇ ਖਾ ਕੇ ਦਿਖਾਓ। 1000 ਵਾਰ ਆਪਾਂ ਸੋਚੇਗਾ ਕਿ ਫਲਾਣੇ ਦੇ ਘਰ ਹੈ, ਭਾਵੇਂ ਗੁਰੂ ਕਾ ਲੰਗਰ ਹੀ ਹੋਏ ਮਹਾਰਾਜ ਦੇ ਨਾਮ ਤੇ, ਪਰ ਘਰ ਜਾਣ ਲੱਗਾ ਬੰਦਾ 1000 ਵਾਰ ਸੋਚਦਾ। ਗੁਰੂ ਗ੍ਰੰਥ ਸਾਹਿਬ ਤਾਂ ਇਹੀ ਹੈ, ਮਹਾਰਾਜ ਤਾਂ ਫਰਕ ਨਹੀਂ। ਪਰ ਜੇ ਕਿਸੇ ਦੇ ਘਰ ਪ੍ਰਕਾਸ਼ ਹੈ, ਪੁਰਾਣੀ ਮਰਿਆਦਾ ਸੀ ਵੀ ਅਖੰਡ ਪਾਠ ਰਖਾਉਣਾ ਤੇ ਸੱਦੇ ਪੱਤਰ ਵਾਲੀਆਂ ਬੀਬੀਆਂ ਨੂੰ ਕਹਿਣਾ ਵੀ ਆਂਢ ਗੁਆਂਢ ਕਹਿ ਕੇ ਆ ਵੀ ਸਾਡੇ ਘਰ ਮਹਾਰਾਜ ਦਾ ਪ੍ਰਕਾਸ਼ ਹੋਇਆ, ਭਾਈ ਮੱਥਾ ਟੇਕਣ ਆਇਓ। ਮਤਲਬ ਕਹਿ ਕੇ ਬੇਨਤੀ ਕਰਕੇ ਤੇ ਫਿਰ ਉਹਨਾਂ ਨੂੰ ਘਰ ਬੁਲਾਈਦਾ। ਤੇ ਜਿਹੜਾ ਆਮ ਇਨਸਾਨ ਹੈ ਜਿਹਦੀ ਜਾਣਕਾਰੀ ਨਹੀਂ, ਉਹ ਭਾਵੇਂ ਮਹਾਰਾਜ ਦਾ ਪ੍ਰਕਾਸ਼ ਪਾਠ ਵੀ ਹੈ, ਉਹ 100 ਵਾਰ ਸੋਚੂਗਾ ਵੀ ਆਪਾਂ ਕਿਵੇਂ ਜਾਈਏ। ਘਰ ਤਾਂ ਘਰ ਹੀ ਹੈ, ਗੁਰਦੁਆਰਾ ਗੁਰਦੁਆਰਾ ਹੀ ਹੈ। ਤੇ ਇਸ ਵਾਸਤੇ 100 ਗੱਲਾਂ ਹੁੰਦੀਆਂ ਨੇ ਜਿਹੜੀਆਂ ਵਿਚਾਰਨ ਵਾਲੀਆਂ ਨੇ। ਤੇ ਇਸ ਲਈ ਜਿੱਥੋਂ ਤੱਕ ਮੈਂ ਗੁਰੂ ਘਰ ਵਿੱਚ ਰਹਿ ਕੇ ਸਮਝ ਸਿੱਖੀ ਹੈ, ਉਹ ਇਹੀ ਸਿੱਖੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਘਰ ਜਿੱਥੇ ਆਪ ਬੈਠੇ ਹੋ ਇਹੀ ਹੈ। ਸਾਡਾ ਘਰ ਸਾਡਾ ਹੈ। ਜੇ ਆਪਾਂ ਲੱਖ ਵਾਰੀ ਆਖੀਏ ਵੀ ਮਹਾਰਾਜ ਤੇਰਾ ਹੈ, ਗੱਲ ਬਣਦੀ ਕੋਈ ਨਹੀਂ। ਕਿਵੇਂ ਬਣੂਗੀ? ਥੱਲੇ ਤਾਂ ਟੀਵੀ ਚੱਲ ਰਿਹਾ, ਉੱਪਰ ਮਹਾਰਾਜ ਦਾ ਪ੍ਰਕਾਸ਼ ਹੈ। ਫਿਰ ਬੈਲ ਮਾਰੇ ਤੋਂ ਬਗੈਰ ਕੋਈ ਅੰਦਰ ਨਹੀਂ ਆ ਸਕਦਾ, ਤੇ ਫਿਰ ਮਹਾਰਾਜ ਦਾ ਘਰ ਕਿਵੇਂ ਹੋਇਆ ਬਈ? ਤੇ ਇਸ ਵਾਸਤੇ ਭਾਵੇਂ ਜਿੰਨੀ ਮਰਜ਼ੀ ਕੋਈ ਸ਼ਰਧਾ ਰੱਖੇ, ਆਪ ਤਾਂ ਆਪਾਂ ਠੀਕ ਰਹਾਂਗੇ। ਕੋਈ ਰਿਸ਼ਤੇਦਾਰੀ ਵਿਗੜਿਆ ਤਗੜਿਆ ਆ ਗਿਆ, ਕੋਈ ਖਾ ਪੀ ਕੇ ਨਾਮ ਹੀ ਦਿੱਤਾ ਬਾਹਰੋਂ ਆ ਗਿਆ, ਫਿਰ ਵੀ ਕੀ ਕਰਾਂਗੇ? ਹੁਣ ਮਾਮੇ ਨੂੰ ਕੀ ਆਖੀਏ ਵੀ ਮਾਮਾ ਘਰ ਨਾ, ਅਗਲਾ ਇੰਗਲੈਂਡ ਤੋਂ ਕੈਨੇਡਾ ਤੋਂ ਆਇਆ। ਇਹ ਗੱਲਾਂ ਹੁੰਦੀਆਂ ਨੇ ਆਮ ਸਮਾਜ ਦੇ ਵਿੱਚ। ਤੋ ਜਿਹੜੀ ਸੰਗਤ ਹੈ ਉਹ ਗੁਰਦੁਆਰੇ ਹੀ ਜੁੜਦੀ ਹੈ। ਘਰ 'ਚ ਜਿੰਨਾ ਮਰਜ਼ੀ ਆਪਾਂ ਮਹਾਰਾਜ ਦਾ ਪ੍ਰਕਾਸ਼ ਕਰ ਲਈਏ, ਜੋ ਮਰਜ਼ੀ ਲੰਗਰ ਚਲਾ ਰਹੀਏ, ਇੰਨਾ ਕੁਛ ਨਹੀਂ ਹੋ ਸਕਦਾ। ਤੇ ਨਾ ਹੀ ਸੰਗਤਾਂ ਇੰਨੀ ਸ਼ਰਧਾ ਰੱਖਦੀਆਂ ਨੇ। ਸਾਡਾ ਘਰ ਸਾਡਾ ਹੀ ਹੈ, ਗੁਰਦੁਆਰਾ ਗੁਰਦੁਆਰਾ ਹੀ ਹੈ, ਸਮਝਣਾ ਪਊਗਾ। ਤੇ ਇਸ ਵਾਸਤੇ ਗੁਰੂ ਘਰ ਦੀ ਸ਼ੁਰੂ ਤੋਂ ਹੀ ਮਰਿਆਦਾ ਰਹੀ ਹੈ। ਸੋ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਤੈਨੂੰ ਸ਼ਾਬਾਸ਼ ਹੈ ਕਿ ਤੂੰ ਸਾਡੇ ਨਾਲ ਸ਼ਰਧਾ ਕਰ ਰਹੀ ਆ, ਪ੍ਰੇਮ ਕਰ ਰਹੀ ਆ। ਪਰ ਗੁਰੂ ਕਾ ਲੰਗਰ ਜਿਹੜਾ ਹੈ ਤੇਰੇ ਘਰ ਆਪਾਂ ਛਕ ਲਿਆ, ਕਿੰਨੇ ਦਿਨ ਹੋ ਗਏ, ਹੁਣੇ ਬਾਹਰ ਹੀ ਤਿਆਰ ਹੋਊਗਾ। ਇਹੀ ਜਿਹੜੀ ਬਿਲਡਿੰਗ ਹੈ ਇਕੱਲੇ ਬੰਦੇ ਦੇ ਵੱਸ ਦੀ ਬਾਤ ਨਹੀਂ। ਇਹ ਕੋਈ ਡਾਲਰ ਜਾਂ ਪੌਂਡ ਜਾਂ ਕਰੋੜਾਂ ਦਾ ਹਿਸਾਬ ਨਹੀਂ, ਤਾਂ 25-25 10-10 ਸੰਗਤਾਂ ਦੀ ਬਰਕਤ ਹੈ। ਤੋ ਜਿੱਥੇ ਬਾਹਰ ਲੰਗਰ ਚੱਲਦਾ, ਮਹਾਰਾਜ ਦੀ ਇਮਾਰਤਾਂ ਦੀ ਕੋਈ ਹੋਰ ਸੇਵਾ ਚੱਲਦੀ, ਉੱਥੇ ਸੰਗਤਾਂ ਆ ਕੇ ਖੁਸ਼ੀ ਨਾਲ ਸੇਵਾ ਵੀ ਕਰਦੀਆਂ ਨੇ। ਉਹ ਫਿਰ ਸਾਂਝਾ ਹੋ ਜਾਂਦਾ ਹੈ।
ਉਂਝ ਕੋਈ ਮਾਮਾ ਕੋਈ ਚਾਚਾ ਕੋਈ ਤਾਇਆ ਇਕੱਠਾ ਕਰਕੇ ਟਰਸਟ ਬਣਾ ਕੇ ਉਹ ਫਿਰ ਪਖੰਡ ਜਿਹਾ ਹੀ ਜਾਪਦਾ ਵੇਖਣ ਵਾਲੇ ਨੂੰ ਵੀ ਇਹਦੇ ਉਹਨੇ ਸਟੰਡ ਜਿਹਾ ਕੀਤਾ ਹੋਇਆ। ਵਰਤਦੇ ਮਹਾਰਾਜ ਦਾ ਨਾਂ ਨੇ ਉਹ ਮੁੜ ਕੇ ਫਿਰ ਆਪਣਾ ਪ੍ਰਾਈਵੇਟ ਹੋ ਜਾਂਦਾ ਪਰਸਨਲੀ। ਸਰਬ ਸਾਂਝਾ ਤਾਂ ਇੰਝ ਹੀ ਹੁੰਦਾ ਹੈ। ਤੇ ਇਸ ਵਾਸਤੇ ਇਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆਪ ਦੀ ਸੋਚ ਹੈ, ਜੋ ਮਹਾਰਾਜ ਨੇ ਸੱਚੀ ਸੁੱਚੀ ਮਰਜ਼ਾਦਾ ਬਣਾਈ ਹੈ। ਸਾਡੇ ਅੰਮ੍ਰਿਤਸਰ ਭਾਈ ਗੁਰਿਕਬਾਲ ਸਿੰਘ ਜੀ ਹਨ, ਤੇ ਉਹ ਫ੍ਰੀ ਸੇਵਾ ਕਰਨੀ, ਕਿਤੇ ਵੀ ਸੁਖਮਨੀ ਸਾਹਿਬ, ਕਿਤੇ ਅਖੰਡ ਪਾਠ ਸਾਹਿਬ। ਮੈਂ ਵੇਖਿਆ ਨਾਨਕਸਰ ਮਹਾਂਪੁਰਖਾਂ ਦੇ ਸ਼ਰਧਾਲੂ ਨੇ, ਕਹਿੰਦੇ ਬਾਬੇ ਆਨੰਦ ਸੋਹ ਦੀ ਕਿਰਪਾ ਹੈ। ਆਪ ਦਾ ਕਾਰੋਬਾਰ ਗ੍ਰਸਤੀਪੁਣੇ ਦੇ ਵਿੱਚ ਬੜੀ ਮਹਾਨ ਸੇਵਾ ਨਿਭਾ ਰਹੇ ਨੇ। ਕੀ ਕਰਨਾ? ਕਹਿਣਾ ਵੀ ਕੀਰਤਨ ਕਥਾ ਗੁਰਦੁਆਰੇ ਹੋਊਗੀ, ਅਖੰਡ ਪਾਠ ਵੀ ਗੁਰਦੁਆਰੇ, ਕਿਸੇ ਦੇ ਘਰ ਨਹੀਂ, ਪਬਲਿਕ ਪਲੇਸ, ਜਿਹੜਾ ਮਰਜ਼ੀ ਆਵੇ ਜਾਵੇ, ਸਾਂਝੀ ਜਗ੍ਹਾ ਤੇ ਧਰਮਸ਼ਾਲਾ ਜਿੱਥੇ ਗੁਰੂ ਸਾਹਿਬ ਦਾ ਪਾਵਨ ਪ੍ਰਕਾਸ਼ ਹੈ। ਤੇ ਲੰਗਰ ਇੱਥੇ ਨਹੀਂ ਬਣੂਗਾ, ਜਾਂ ਜਗ੍ਹਾ ਮੰਨ ਲਓ ਜਾਂ ਨਾਨਕਸਰ ਦੀ ਮਰਜ਼ਾਦਾ ਮੰਨ ਲਓ, ਤੇ ਘਰ ਵੀ ਨਹੀਂ ਕਿਸੇ ਨੇ ਛਕਣਾ। ਬਣਾਓ ਆਪੋ ਆਪਣਾ ਹਿਸਾਬ ਕਿਤਾਬ ਨਾਲ ਘਰ ਬਣਾਓ, ਕਿਤੇ ਮਰਜ਼ੀ ਬਣਾਓ, ਲਿਆ ਕੇ ਇੱਥੇ ਆਓ, ਸਾਂਝੀ ਜਗ੍ਹਾ ਤੇ ਰੱਖੋ। ਭੋਗ ਪੈਣ ਤੋਂ ਇੱਕੋ ਜਗ੍ਹਾ ਤੇ ਰੱਖ ਕੇ, ਜਿਸ ਤਰ੍ਹਾਂ ਕਾਰ ਸੇਵਾ ਵਾਲੇ ਡਾਲੀ ਕਰਦੇ, ਗਜਾ ਕਰਦੇ, ਤੇ ਆਪਦੇ ਘਰੋਂ ਹੱਥੀਂ ਲੈ ਕੇ ਜਾਣਾ, ਨਾਲੇ ਸੇਵਾ, ਤੇ ਉਹ ਟੋਕਰੇ 'ਚ ਰੱਖ ਕੇ, ਤੇ ਲੰਗਰ ਦੀ ਪ੍ਰਥਾ ਮੁਤਾਬਕ ਪੰਗਤ 'ਚ ਬੈਠ ਕੇ ਸਾਂਝੀ ਜਗ੍ਹਾ ਤੇ ਛਕਣਾ। ਇਉਂ ਸਮਾਪਤੀ ਤੋਂ ਬਾਅਦ ਸੰਗਤ ਦਾ ਹੀ ਤਿਆਰ ਕੀਤਾ ਘਰੋਂ ਲਿਆਂਦਾ ਲੰਗਰ ਗੁਰੂ ਘਰ ਆ ਕੇ ਸਾਂਝੀ ਜਗ੍ਹਾ ਤੇ ਬੈਠ ਕੇ ਛਕਣਾ। ਇਹ ਮਹਾਰਾਜ ਦੀ ਮਰਜ਼ਾਦਾ ਹੈ। ਆ ਦੁਸਹਿਰਾ ਗਰਾਊਂਡ 'ਚ ਵੀ ਜਤਿੰਦਰ ਸਿੰਘ ਜੀ ਗੁਰਮੁਖ ਪਿਆਰੇ ਜੋ ਮੈਂਬਰ ਨੇ, ਉਹ ਸਮਾਗਮ ਕਰਾਉਂਦੇ ਨੇ। ਉੱਥੇ ਵੀ ਗੁਰੂ ਘਰਾਂ ਦੇ ਵਿੱਚੋਂ ਸੰਗਤਾਂ ਵੱਲੋਂ ਦੁਸਹਿਰਾ ਗਰਾਊਂਡ 'ਚ ਤਿਆਰ ਨਹੀਂ ਕੀਤਾ ਜਾਂਦਾ, ਉੱਥੇ ਲਿਆ ਕੇ ਵਰਤਾਇਆ ਜਾਂਦਾ। ਇਹ ਸੱਚੇ ਪਾਤਸ਼ਾਹ ਜੀ ਦੀ ਉੱਚੀ ਤੇ ਸੁੱਚੀ ਮਰਜ਼ਾਦਾ ਹੈ ਕਿ ਇੱਕੋ ਜਗ੍ਹਾ ਬੈਠ ਕੇ ਖੁੱਲੀ ਜਗ੍ਹਾ ਤੇ ਸਾਂਝੀ ਜਗ੍ਹਾ ਤੇ ਪੰਗਤ ਦੇ ਵਿੱਚ ਸੋ ਲੰਗਰ ਭੋਜਨ ਪ੍ਰਸ਼ਾਦ ਛਕਿਆ ਜਾਵੇ। ਤੇਰੋ ਪਾਉ ਵਿਸੀ ਵਿਦਿਆ ਹੈ, ਤੇਰਾ ਪ੍ਰੇਮ ਇਸੇ ਤਰ੍ਹਾਂ ਹੀ ਰਹੇਗਾ। ਇਹ ਨਹੀਂ ਵੀ ਤੇਰੇ ਘਰ ਆਪਾਂ ਆਉਣਾ ਜਾਣਾ ਨਹੀਂ, ਜੇ ਲੰਗਰ ਬਾਹਰ ਤਿਆਰ ਕਰਨਾ, ਤੇਰਾ ਪ੍ਰੇਮ ਇਸੇ ਤਰ੍ਹਾਂ ਹੀ ਰਹੇਗਾ। ਪ੍ਰੇਮ ਸਮੇਤ ਸਾਚ ਹੀ ਕਾਹੈ, ਤੂੰ ਪ੍ਰੇਮ ਦੇ ਸਹਿਤ ਸੱਚਾ ਬਚਨ ਕਹਿ ਰਿਹਾ ਹੈ ਕਿ ਜੋ ਕੁਝ ਵੀ ਹੈ ਉਹ ਸਾਡਾ ਹੀ ਹੈ। ਲਾਗੀ ਬਨਨ ਦੇਗ ਬੜ ਬਾਹਰ, ਇੰਜ ਗੁਰੂ ਸਾਹਿਬ ਜੀ ਦੇ ਹੁਕਮ ਮੁਤਾਬਕ ਗੁਰੂ ਕਾ ਬਹੁਤ ਭਾਰੀ ਲੰਗਰ ਬਾਹਰ ਹੀ ਤਿਆਰ ਹੋਣ ਲੱਗ ਪਿਆ। ਅਚਹਿ ਸਿੰਘ ਅਰ ਸ਼ੁਦਤ ਸੋ ਜਾਹਰ, ਪ੍ਰਤਾਖੀ ਸਿੰਘ ਸੂਰਮੇ ਲੰਗਰ ਛਕਦੇ ਹਨ। ਸਭ ਬੈਰਾੜ ਚਾਕਰੀ ਪਾਵੈ, ਸਾਰੇ ਬੈਰਾੜ ਜ਼ਿਮੀਂਦਾਰ ਕੌਮ ਜੋ ਗੁਰੂ ਜੀ ਦੀ ਸੁਰੱਖਿਆ ਕਰ ਰਹੇ ਨੇ, ਉਹ ਸਾਰੇ ਡੇਲੀ ਵੇਜ ਦਿਹਾੜੀ ਪਾਉਂਦੇ ਹਨ। ਨਿਜ ਨਿਜ ਭੋਜਨ ਕਰਹਿ ਸੋ ਖਾਵੈ, ਉਹ ਆਪੋ ਆਪਣਾ ਭੋਜਨ ਵੱਖਰਾ ਤਿਆਰ ਕਰਕੇ ਛਕਦੇ ਨੇ। ਚੇਤਕ ਦਿਨ ਸਰੀਤ ਬਿਤਾਏ, ਕਿੰਨੇ ਕੁ ਦਿਨ ਇਸ ਤਰੀਕੇ ਦੇ ਨਾਲ ਸਾਹਿਬਾਂ ਨੇ ਬਤੀਤ ਕੀਤੇ। ਪੁਨ ਡੱਲਾ ਕਰ ਜੋਰਿ ਲਾਏ, ਫਿਰ ਡੱਲਾ ਸਰਦਾਰ ਨੇ ਹੱਥ ਜੋੜ ਕੇ ਬੇਨਤੀ ਕੀਤੀ। ਸਿੰਘਨ ਸਹਿਤ ਸਕਲ ਬੈਰਾੜ, ਮਹਾਰਾਜ ਸਿੰਘਾਂ ਦੇ ਸਮੇਤ ਸਾਰੇ ਬੈਰਾੜ ਜ਼ਮੀਂਦਾਰ ਕਰੋ ਆਪਹਿਤ ਤਿਆਰ ਆਹਾਰ, ਸੋ ਸਾਰਿਆਂ ਵਾਸਤੇ ਮੈਂ ਹੀ ਭੋਜਨ ਤਿਆਰ ਕਰਵਾਵਾਂਗਾ ਜੀ। ਅੰਤਰ ਪਾਵਨ ਪਾਵਨ ਕਰੋ, ਮੇਰੇ ਕਿਲੇ ਅੰਦਰ ਪਵਿੱਤਰ ਚਰਨ ਪਾ ਕੇ ਤੇ ਮੇਰਾ ਕਿਲਾ ਮੇਰੀ ਹਵੇਲੀ ਨੂੰ ਪਵਿੱਤਰ ਕਰੋ ਜੀ। ਪਾਵਨ ਸਦਨ ਸਰਬਹੀ ਤਾਰੋ, ਮੇਰਾ ਸਾਰਾ ਘਰ ਪਵਿੱਤਰ ਕਰੋ, ਕਿਉਂਕਿ ਸੁੰਦਰ ਮੰਦਰ ਸੈਣ ਹੈ, ਜੀਨ ਮਧ ਹਰ ਕੀਰਤਨ ਹੈ।
ਕਰ ਮੰਦਰ ਹਟ ਨਾਲੇ ਸੋ ਹੈ। ਸੋ ਜਿਸ ਮੈਂ ਨਾਮ ਨਿਵਾਸੀ RAM, ਇਉਂ ਸੱਚੇ ਪਾਤਸ਼ਾਹ ਕਬੀਰ ਜਾ ਕਰ ਸਾਧ ਨਾ ਸੇਵੀਐ। ਹਰ ਕੀ ਸੇਵਾ ਨਾਹੇ ਤੇ ਕਰ ਮਰਹਟ ਸਾਰਖੇ, ਭੂਤ ਬਸੈ ਤਿਨ ਮਾਹੇ। ਜਿਨ੍ਹਾਂ ਘਰਾਂ 'ਚ ਸੰਤਾਂ ਦਾ ਭੋਜਨ ਤਿਆਰ ਨਹੀਂ ਹੁੰਦਾ, ਸੰਤ ਸਾਧੂ ਨੂੰ ਲੰਗਰ ਭੋਜਨ ਨਹੀਂ ਛਕਾਇਆ ਜਾਂਦਾ, ਉਹ ਜਿਹੜੇ ਘਰ ਨੇ ਉਹ ਘਰ ਨਹੀਂ ਕਹੇ ਜਾਂਦੇ, ਉਹ ਸ਼ਮਸ਼ਾਨ ਭੂਮੀ ਤੋਂ ਵੱਧ ਕੁਝ ਵੀ ਨਹੀਂ ਹਨ। ਸੋ ਇਸ ਲਈ ਸੱਚੇ ਪਾਤਸ਼ਾਹ ਦੇ ਚਰਨ ਪੈਣ ਤੋਂ ਮੇਰਾ ਘਰ ਪਵਿੱਤਰ ਹੋਵੇਗਾ। ਏਮ ਕਹਿ ਕਰ ਬਹੁ ਭਾਤਨ ਤਿਆਰਾ, ਇੰਜ ਕਹਿ ਕੇ ਬਹੁਤ ਤਰ੍ਹਾਂ ਦਾ ਲੰਗਰ ਤਿਆਰ ਕੀਤਾ ਹੈ। ਕਰਵਾਏ ਸਬਰ ਸਵਾਦਿਆਰਾ, ਜਿਹੜਾ ਕਿ ਬੜਾ ਸਵਾਦੀ ਅਤੇ ਸ੍ਰੇਸ਼ਟ ਸੀ। ਮਦਰ ਸਨਿਗਧ ਪ੍ਰੇਮ ਤੇ ਕਰਿਓ, ਬੜੇ ਪ੍ਰੇਮ ਨਾਲ ਮਿੱਠੇ ਅਤੇ ਘਿਓ ਵਾਲੇ ਜਿਹੜੇ ਪਦਾਰਥ ਨੇ ਡੱਲੇ ਸਰਦਾਰ ਨੇ ਤਿਆਰ ਕਰਵਾਏ ਹਨ। ਬ੍ਰਿੰਦ ਨਰਨ ਮਿਲ ਤਿਆਰ ਸੋ ਧਰਿਓ, ਕਈ ਮਨੁੱਖਾਂ ਨੇ ਮਿਲ ਕਰਕੇ ਉਹਨਾਂ ਨੂੰ ਤਿਆਰ ਕਰਕੇ ਗੁਰੂ ਸਾਹਿਬ ਦੀ ਸੇਵਾ ਦੇ ਵਿੱਚ ਹਾਜ਼ਰ ਕੀਤਾ। ਬਿਨੈ ਬਖਾਨ ਗਾਇਓ ਲੈ ਅੰਤਰ, ਸਤਿਗੁਰੂ ਜੀ ਨੂੰ ਬੇਨਤੀ ਕਰਕੇ ਅੰਦਰ ਹੀ ਲੈ ਗਿਆ। ਪੰਗਤ ਗਨ ਬੈਠਾਏ ਨਿਰੰਤਰ, ਅਤੇ ਕਈ ਆਮੋ ਸਾਹਮਣੇ ਪੰਗਤਾਂ ਬਿਠਾ ਦਿੱਤੀਆਂ ਹਨ। ਸਤਿਗੁਰ ਹਿਤ ਚੌਂਕੀ ਡਸਵਾਈ, ਸਤਿਗੁਰੂ ਸਾਹਿਬ ਜੀ ਵਾਸਤੇ ਚੰਦਨ ਦੀ ਚੌਂਕੀ ਡਹਾਈ ਹੈ। ਸਵੇਤ ਸੁਜਨ ਤੇ ਉਪਰ ਛਾਈ, ਜੋ ਸਫੈਦ ਜਿਹੜੀ ਵਿਛਾਈ ਹੈ ਉਹਦੇ ਉੱਪਰ ਵਿਛਾਉਣਾ ਕੀਤੀ। ਸਭ ਕੇ ਬੀਚ ਥਿਰੇ ਗੋਸਾਈ, ਸਤਿਗੁਰੂ ਮਾਲਕ ਪਾਤਸ਼ਾਹ ਸਭਨਾਂ ਦੇ ਵਿੱਚ ਬਿਰਾਜਮਾਨ ਹੋਏ ਹਨ। ਜੁਗ ਮਾਤਨ ਘਰ ਬਿਖੈ ਬਿਠਾਈ, ਦੋਨਾਂ ਮਾਤਾਵਾਂ ਨੂੰ ਘਰ ਦੇ ਅੰਦਰ ਬਿਠਾਉਣਾ ਕੀਤਾ। ਸਹਿਤ ਬਿਰਾੜ ਸਿੰਘ ਬੈਠਾਏ, ਬਹਿਰਾੜਾਂ ਦੇ ਸਮੇਤ ਸਾਰੇ ਸਿੰਘ ਪੰਗਤਾਂ ਦੇ ਵਿੱਚ ਬਿਠਾਲੇ। ਸਭ ਕੇ ਹਿੱਤ ਆਹਾਰ ਗਨ ਲਿਆਏ, ਵਰਤਾਵੇ ਸਭਨਾਂ ਦੀ ਵਾਸਤੇ ਸਾਂਝਾ ਭੋਜਨ ਲੈ ਕੇ ਆਏ। ਭਲੀ ਰੀਤ ਤੇ ਪਰਸਨ ਲਾਗੇ, ਬੜੇ ਸੋਹਣੇ ਤਰੀਕੇ ਦੇ ਨਾਲ ਭੋਜਨ ਪਰੋਸਣ ਲੱਗੇ। ਥਾਲ ਵਿਸਾਲ ਕਿਰਪਾਲ ਸੁਆਗੇ, ਬਹੁਤ ਭਾਰੀ ਸੁੰਦਰ ਥਾਲ ਭੋਜਨ ਦਾ ਪਰੋਸਿਆ ਗੁਰੂ ਮਹਾਰਾਜ ਦੇ ਅੱਗੇ ਲਿਆ ਕੇ ਰੱਖਿਆ। ਤਿਮ ਅੰਤਰ ਜੁਗ ਥਾਲ ਪਹੁੰਚਾਏ, ਇੰਜ ਹੀ ਦੋਨਾਂ ਮਾਤਾਵਾਂ ਦੇ ਜੋ ਥਾਲ ਨੇ ਕਮਰੇ ਦੇ ਅੰਦਰ ਪਹੁੰਚਾਉਣਾ ਕੀਤੇ। ਦਾਸੇ ਬ੍ਰਿੰਦਨ ਲੈ ਕਰ ਖਾਏ, ਅਤੇ ਮਾਤਾਵਾਂ ਦੀਆਂ ਦਾਸੀਆਂ ਨੇ ਵੀ ਸਾਧ ਸੰਗਤ ਜੀਓ ਭੋਜਨ ਲੈ ਕੇ ਛਕਣਾ ਕੀਤਾ। ਯਥਾ ਜੋਗ ਸਭ ਕੋ ਤ੍ਰਿਪਤਾਇਓ, ਯਥਾ ਯੋਗ ਸਭਨਾਂ ਨੂੰ ਤ੍ਰਿਪਤ ਕੀਤਾ ਹੈ। ਹਾਰੇ ਹੋਏ ਕਰ ਚੂਰਾ ਪਠਾਇਓ, ਅਤੇ ਖੜੇ ਹੋ ਕਰਕੇ ਚੁੱਲ੍ਹਾ ਕਰਵਾਉਣਾ ਕੀਤਾ। ਇਕ ਤਰੰਗ ਬਹੁ ਮੋਲ ਦੁਸਾਲਾ, ਇੱਕ ਘੋੜਾ ਤੇ ਇੱਕ ਬਹੁਤੇ ਮੁੱਲ ਦਾ ਜਿਹੜਾ ਦੁਸ਼ਾਲਾ ਸੀ। ਭੇਟ ਰਜਤ ਪਨ ਸਤ ਤਿਸ ਕਾਲਾ, ਅਤੇ 100 ਚਾਂਦੀ ਦੇ ਰੁਪਈਏ, ਮੋਹਰਾਂ ਸੋਨੇ ਦੀਆਂ ਹੁੰਦੀਆਂ ਸਨ ਤੇ ਰੁਪਈਏ ਚਾਂਦੀ ਦੇ ਹੁੰਦੇ ਸਨ, ਸਿੱਕੇ ਤਾਂਬੇ ਦੇ ਹੁੰਦੇ ਸਨ। ਇਉਂ ਚਾਂਦੀ ਦੇ ਰੁਪਈਏ 100 ਉਸ ਸਮੇਂ ਸਤਿਗੁਰੂ ਮਹਾਰਾਜ ਨੂੰ ਭੇਟਾ ਕੀਤੇ ਡੱਲਾ ਸਰਦਾਰ ਨੇ। ਦੇ ਕਰ ਪ੍ਰਭ ਕੋ ਗਰੀਬ ਨਿਵਾਈ, ਦੇ ਕੇ ਮਹਾਰਾਜ ਦੀ ਭੇਟਾ ਗੁਰੂ ਜੀ ਦੇ ਅੱਗੇ ਗਰਦਨ ਨਿਵਾ ਕੇ ਮੱਥਾ ਟੇਕਿਆ। ਖੁਸ਼ੀ ਲੀਨ ਆਨੰਦ ਮਨ ਪਾਈ, ਗੁਰੂ ਸਾਹਿਬ ਜੀ ਦੀ ਖੁਸ਼ੀ ਲੈ ਕੇ ਮਨ ਦੇ ਵਿੱਚ ਬਹੁਤ ਭਾਰੀ ਆਨੰਦ ਪਾਇਆ। ਤਵ ਮਾਤਾ ਕੋ ਤੇਵਰ ਦੋਏ, ਤੇਵਰ ਹੁੰਦੇ ਨੇ ਤਿੰਨੇ ਕੱਪੜੇ, ਬੀਬੀਆਂ ਦੇ ਸੀਸ ਦਾ ਵੀ ਕੱਪੜਾ ਤੋ ਸ਼ੌਲ ਜਾਂ ਚਾਦਰ ਆਦਿਕ
ਇਉਂ ਤਿੰਨੇ ਕੱਪੜੇ ਤੇਵਰ ਦੋਨਾਂ ਮਾਤਾਵਾਂ ਨੂੰ ਭੇਟਾ ਕੀਤੇ। ਬਨੇ ਬਹੁਤ ਧਨ ਲਾਗੇ ਜੋਏ, ਜਿਹੜੇ ਬਹੁਤ ਸਿਪਾਸਤਾਰੀ ਕਢਾਈ ਆਦਿਕ ਧਨ ਖਰਚ ਕਰਕੇ ਜੋ ਜਰੀਦਾਰ ਬਣੇ ਹੋਏ ਸਨ। ਦੀਏ 50 ਰਜਤ ਪਨ ਤਾਵੈ, ਤਦੋਂ 50 ਰੁਪਏ ਚਾਂਦੀ ਦੇ ਮਾਤਾਵਾਂ ਨੂੰ ਭੇਟਾ ਕੀਤੇ। ਭਏ ਪ੍ਰਸੰਨ ਅਚਵ ਕਰ ਸਾਵੈ, ਸਾਰੇ ਹੀ ਭੋਜਨ ਛਕ ਕੇ ਬਹੁਤ ਭਾਰੀ ਪ੍ਰਸੰਨ ਹੋਏ ਹਨ। ਉਠ ਸਤਿਗੁਰ ਪਹੁੰਚੇ ਨਿਜ ਡੇਰੇ, ਇੰਜ ਡੱਲੇ ਦੀ ਹਵੇਲੀ ਵਿੱਚੋਂ ਅੱਜ ਪਹਿਲੇ ਦਿਨ ਗੁਰੂ ਸਾਹਿਬ ਜੀ ਬੈਠ ਕੇ ਭੋਜਨ ਛਕ ਕੇ ਫਿਰ ਵਾਪਸ ਆਪਦੇ ਬਾਹਰ ਲੱਗੇ ਤੰਬੂ ਦੇ ਵਿੱਚ ਪਹੁੰਚੇ ਹਨ। ਸਿੰਘ ਬਿਰਾੜ ਸਕਲ ਤਿਸ ਬੇਰੇ, ਬਰਾੜ ਸਿੰਘ ਤਿਸ ਵਕਤ ਸਾਰੇ ਹੀ ਗੁਰੂ ਸਾਹਿਬਾਂ ਦੇ ਨਾਲ ਹਨ। ਡੱਲੇ ਕਹ ਬਹੁ ਭਾਂਤ ਸਰਾਹਾ, ਡੱਲੇ ਸਰਦਾਰ ਨੂੰ ਬਹੁਤ ਤਰੀਕਿਆਂ ਦੇ ਨਾਲ ਗੁਰੂ ਸਾਹਿਬ ਜੀ ਨੇ ਸਲਾਹੁਣਾ ਕੀਤਾ। ਸੇਵ ਗੁਰੂ ਕੀ ਕਰਨ ਉਮਾਹਾ, ਜਿਸ ਦੇ ਮਨ ਦੇ ਵਿੱਚ ਗੁਰੂ ਸਾਹਿਬਾਂ ਦੀ ਸੇਵਾ ਕਰਨ ਦਾ ਬਹੁਤ ਭਾਰੀ ਉਤਸ਼ਾਹ ਹੈ। ਚਾ ਦੋਹਰਾਈ ਸੀ ਰੀਤ ਪ੍ਰਭ ਜੀਵ ਸੇ, ਇੰਜ ਸਤਿਗੁਰੂ ਜੀ ਮਹਾਰਾਜ ਉਥੇ ਡੱਲੇ ਦੀ ਹਵੇਲੀ ਦੇ ਨਜ਼ਦੀਕ ਨਿਵਾਸ ਕਰ ਰਹੇ ਹਨ, ਜਿੱਥੇ ਸਾਧ ਸੰਗਤ ਜੀਓ ਤਖਤ ਸ੍ਰੀ ਦਮਦਮਾ ਸਾਹਿਬ ਹੈ। ਦਮਦਮਾ ਜਿੱਥੇ ਮਹਾਰਾਜ ਨੇ ਦਮ ਲਿਆ ਸੋ ਦਮਦਮਾ ਗੁਰੂ ਸਾਹਿਬ ਜੀ ਦਾ ਬਿਰਾਜਮਾਨ ਸਥਾਨ। ਲਰਨ ਹਗਾਮਾ ਛੋਰਾ, ਗੁਰੂ ਸਾਹਿਬ ਜੀ ਨੇ ਲੜਨਾ ਛੱਡ ਕੇ ਉਥੇ ਰਹਿਣਾ ਕੀਤਾ ਹੈ। ਕਮਰ ਕਸਾ ਖੋਲਿਓ ਥੇਰੇ, ਜੰਗਾ ਜੁੱਧਾਂ ਤੋਂ ਵਿਹਲੇ ਹੋ ਗਏ ਤੇ ਮਹਾਰਾਜ ਨੂੰ ਪਤਾ ਚੱਲ ਗਿਆ ਕਿ ਹੁਣ ਸਾਰੇ ਮਗਰੋਂ ਲੈ ਗਏ ਨੇ। ਜਫਰਨਾਮਾ ਪੜ੍ਹ ਕੇ ਜੋ ਕਲੇ ਦੀ ਜੜ ਸੀ ਉਹਨੇ ਵੀ ਪੁੱਟੀ ਜਾਣਾ, ਔਰੰਗਜ਼ੇਬ ਨੇ ਵੀ ਮਰ ਮੁਰ ਜਾਣਾ। ਫਿਰ ਗੁਰੂ ਸਾਹਿਬ ਨੇ ਆਪ ਦਾ ਕਮਰ ਕੱਸਾ, ਜਿਹੜਾ ਪਤਾ ਨਹੀਂ ਕਿੰਨੇ ਚਿਰ ਦਾ ਆਨੰਦਪੁਰ ਸਾਹਿਬ ਦਾ ਬੰਨਿਆ ਹੋਇਆ, ਉਥੇ ਖੋਲਿਆ ਹੈ। ਸੁਖ ਕੋ ਲਹਿ ਸਭ ਓਰ, ਹਰ ਸਭ ਪ੍ਰਕਾਰ ਦੇ ਸੁੱਖ ਲੈ ਕੇ ਰਹਿਣ ਲੱਗੇ ਹਨ। ਚੌਬਾਈ ਨਾਮ ਦਮ ਦਮਾ ਤਿਸ ਕੋ ਧਰਿਓ, ਜਿੱਥੇ ਗੁਰੂ ਸਾਹਿਬ ਜੀ ਮਹਾਰਾਜ ਬਿਰਾਜਮਾਨ ਹੋਏ ਉਸ ਦਾ ਨਾਮ ਕੀ ਰੱਖਿਆ? ਤਖਤ ਸ੍ਰੀ ਦਮਦਮਾ ਸਾਹਿਬ। ਤਖਤ ਨਾਮ ਬਾਅਦ ਵਿੱਚ ਪ੍ਰਸਿੱਧ ਹੋਇਆ। ਤਖਤ ਦਾ ਮਤਲਬ ਉਹ ਹੁੰਦਾ ਹੈ ਜਿੱਥੋਂ ਬੈਠ ਕੇ ਹੁਕਮਨਾਮਾ ਚਲਾਇਆ ਜਾਏ, ਹੁਕਮ ਚਲਾਇਆ ਜਾਏ। ਗੁਰੂ ਸਾਹਿਬ ਜੀ ਸ਼ਹਿਨਸ਼ਾਹ ਨੇ, ਪਾਤਸ਼ਾਹ ਨੇ, ਤੇ ਪਹਿਲਾਂ 4 ਹੀ ਤਖਤ ਸੀਗੇ ਕੌਮ ਦੇ। ਇਹ ਜਿਹੜਾ 5ਵਾਂ ਤਖਤ ਹੈ ਕਾਫੀ ਚਿਰ ਬਾਅਦ ਵਿੱਚ ਪ੍ਰਸਿੱਧ ਹੋਇਆ। ਜਦੋਂ ਗੁਰਦੁਆਰਾ ਸਾਹਿਬ ਦੀ ਸੇਵਾ ਕਰਦੇ ਹਾਂ ਉੱਥੋਂ ਪੁੱਟਦਿਆਂ ਹੋਇਆਂ ਹੇਠਾਂ ਤੋਂ ਮਹਾਰਾਜ ਦੀ ਮੋਹਰ ਨਿਕਲੀ, ਉਹ ਮੋਹਰ ਉੱਥੇ ਮੌਜੂਦ ਹੈ। ਦੇਗ ਤੇਗ ਫਤਿਹ ਨੁਸਰਤ ਬੇਦ ਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ ਸ੍ਰੀ ਅਕਾਲ ਪੁਰਖ ਜੀ ਸਹਾਇ। ਕਈਆਂ ਜਗ੍ਹਾ ਤੇ ਦੇਖੋ ਤੇ ਗੋ ਫਤਿਹ ਵੀ ਆਉਂਦਾ, ਇੰਜ ਉਹਦੇ ਅਕਸ਼ਰ ਹਨ। ਉੱਥੇ ਮੋਹਰ ਮੌਜੂਦ ਹੈ, ਜਦ ਆਪ ਜਾਂਦੇ ਹੋ ਤੇ ਨੀਚੇ ਉਹ ਬੜੇ ਸਤਿਕਾਰ ਦੇ ਸਹਿਤ ਸੁਸ਼ੋਭਿਤ ਕੀਤੀ ਹੋਈ ਹੈ। ਉਸ ਮੋਹਰ ਤੋਂ ਹੀ ਨਾਮ ਤਖਤ ਰੱਖਿਆ ਗਿਆ। ਜਦ ਸ਼੍ਰੋਮਣੀ ਕਮੇਟੀ ਦੇ ਵਿੱਚ ਗ੍ਰੰਥੀ ਸਿੰਘ ਦਾ ਜਾਂ ਕਥਾਵਾਚਕ ਦਾ ਟੈਸਟ ਦੇਈਦਾ ਤੇ ਉਹ ਸਵਾਲ ਕਰਦੇ ਨੇ ਵੀ ਕੌਮ ਦੇ ਕਿੰਨੇ ਤਖਤ ਨੇ? ਕਈ ਦੇ ਨੇ 5, ਕਹਿੰਦੇ ਸੁਣਾਓ। ਜਦ ਉਹਨਾਂ ਨੂੰ ਸੁਣਾਈਦਾ ਤਾਂ ਹਜੂਰ ਸਾਹਿਬ ਪਹਿਲਾਂ ਨਾਂ ਲਈਦਾ, ਨਹੀਂ ਤਾਂ ਫੇਲ ਕਰ ਦਿੰਦੇ ਨੇ। ਉਹਨਾਂ ਦਾ ਆਪ ਦਾ ਮੰਨਣਾ ਹੈ ਵੀ ਹਜੂਰ ਸਾਹਿਬ ਤੋਂ ਬਾਅਦ ਜੋ ਪ੍ਰਗਟ ਹੋਇਆ, ਇਸ ਲਈ 5ਵਾਂ ਦਮਦਮਾ ਸਾਹਿਬ ਹੋਇਆ। ਪਹਿਲਾ ਸਾਧ ਸੰਗਤ ਸ੍ਰੀ ਅਕਾਲ ਤਖਤ ਸਾਹਿਬ, ਦੂਜਾ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ, ਤੇ ਤੀਜਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ। ਚੌਥਾ ਉਹਨਾਂ ਨੂੰ ਸੁਣਾਉਣਾ ਪੈਂਦਾ ਵੀ ਤਖਤ ਸੱਚਖੰਡ ਅਬਚਲ ਨਗਰ ਸ੍ਰੀ ਹਜੂਰ ਸਾਹਿਬ।
5ਵੇਂ ਨੰਬਰ ਤੇ ਆਖੀਦਾ ਵੀ ਤਖਤ ਸ੍ਰੀ ਦਮਦਮਾ ਸਾਹਿਬ ਤਾਂ ਪਾਸ ਕਰਦੇ ਨੇ। ਉਹ ਬਦੰਤੀ ਜੀ ਦੇ ਵੇਲੇ ਇਹ ਸਵਾਲ ਖੜਾ ਹੋਇਆ ਸੀਗਾ, ਉਹਨਾਂ ਨੂੰ ਬੇਨਤੀ ਕੀਤੀ ਵੀ ਤੁਸੀਂ ਟਕਸਾਲ 'ਚੋਂ ਹੀ ਪੜ੍ਹੇ ਹੋ ਵੀ ਸਾਡੇ ਕਾਇਦੇ ਦੇ ਵਿੱਚ ਤਾਂ ਬੱਚਿਆਂ ਨੂੰ 5ਵਾਂ ਤਖਤ ਹਜੂਰ ਸਾਹਿਬ ਹੀ ਕਿਹਾ ਜਾਂਦਾ ਤੇ ਚੌਥੇ ਨੰਬਰ ਤੇ ਦਮਦਮਾ ਸਾਹਿਬ ਕਹਿੰਦੇ ਨਹੀਂ। ਤੇ ਕਿਉਂਕਿ ਬਾਅਦ ਵਿੱਚ ਪ੍ਰਗਟ ਹੋਇਆ ਇਸ ਲਈ ਉਹ 5ਵਾਂ ਉਹ ਮੰਨਦੇ ਨੇ, ਆਪਾਂ ਚੌਥਾ ਦਮਦਮਾ ਸਾਹਿਬ ਤੇ 5ਵਾਂ ਹਜੂਰ ਸਾਹਿਬ ਮੰਨੀਦਾ ਗੁਰੂ ਸਾਹਿਬ ਦੇ ਚਰਨ ਪੈਣ ਦੇ ਹਿਸਾਬ ਨਾਲ। ਜਿਵੇਂ ਪਹਿਲੇ ਨੰਬਰ ਤੇ 6ਵੇਂ ਪਾਤਸ਼ਾਹ ਦੇ ਚਰਨ ਪਏ, ਉਹਨਾਂ ਨੇ ਤਖਤ ਅਕਾਲ ਤਖਤ ਸਾਹਿਬ ਬਣਾਇਆ। ਫਿਰ ਗੁਰੂ ਸਾਹਿਬ ਦਾ ਅਵਤਾਰ ਹਰਮੰਦਰ ਜੀ ਪਟਨਾ ਸਾਹਿਬ ਬਿਹਾਰ ਵਿੱਚ ਹੋਇਆ ਤੇ ਫਿਰ ਮਹਾਰਾਜ ਬਾਅਦ ਚ 5 ਸਾਲਾਂ ਤੋਂ ਬਾਅਦ ਇੱਥੇ ਕੇਸਗੜ੍ਹ ਸਾਹਿਬ ਆਏ, ਅੰਮ੍ਰਿਤ ਛਕਾਇਆ। ਉਹ ਤੋਂ ਬਾਅਦ ਹੁਣ ਚੱਲ ਕੇ ਦਮਦਮਾ ਸਾਹਿਬ ਪਹੁੰਚੇ ਨੇ, ਪਹਿਲਾਂ ਹਜੂਰ ਸਾਹਿਬ ਪਹੁੰਚਣਗੇ ਬਾਅਦ ਵਿੱਚ। ਆਪਾਂ ਇਸ ਹਿਸਾਬ ਦੇ ਨਾਲ ਸੀਰੀ ਬਣਾਈ ਦੀ ਹੈ ਤੇ ਬਾਕੀ ਵੱਖੋ ਵੱਖ ਵਿਚਾਰ ਨੇ, ਜਿਸ ਤਰ੍ਹਾਂ ਕੋਈ ਮੰਨਦਾ ਆਪਾਂ ਉਸ ਤਰ੍ਹਾਂ ਹੀ ਗੱਲ ਚਲਾਈ ਦੀ ਆ। ਤੇ ਇਸ ਵਾਸਤੇ ਸ਼ਰਧਾ ਤਾਂ ਸਾਰਿਆਂ ਦੀ ਹੋਈ ਆ, ਸਾਰੇ ਹੀ ਸਿੱਖ ਨੇ ਮਹਾਰਾਜ ਦੇ। ਜਿਸ ਤਰ੍ਹਾਂ ਕੋਈ ਸੁਣਨਾ ਚਾਹੁੰਦਾ ਉਸ ਤਰ੍ਹਾਂ ਸੁਣਾਓ ਭਾਈ, ਚੜ੍ਹਦੀ ਕਲਾ, ਆਪਾਂ ਵੀ ਖੁਸ਼, ਸਾਰੇ ਖੁਸ਼। ਤੇ ਇਸ ਲਈ ਵਾਦ-ਵਾਦ ਨਹੀਂ ਹੋਣਾ ਚਾਹੀਦਾ। ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨ ਪੈਣ ਤੋਂ ਦਮ ਲੈਣ ਤੋਂ ਬਣਿਆ ਤਖਤ ਸ੍ਰੀ ਦਮਦਮਾ ਸਾਹਿਬ। ਉੱਥੇ ਇੱਕ ਸ਼ੀਸ਼ਾ ਵੀ ਹੈ, ਉਹਦੇ 'ਚ ਕਹਿੰਦੇ ਮੂੰਹ ਵੇਖੀਏ ਤੇ ਵਿੰਗੇ ਟੇਢੇ ਮੂੰਹ ਸਿੱਧੇ ਹੋ ਜਾਂਦੇ ਨੇ। ਗੁਰੂ ਜੀ ਦੇ ਸ਼ਾਸਤਰ ਵੀ ਹਨ, ਮੋਹਰ ਵੀ ਹੈ, ਇੱਕ ਲਿਖਣਸਰ ਗੁਰਦੁਆਰਾ ਵੀ ਹੈ, ਉਹਦੀ ਉਡਾੜਾ ਲਿਖੀਦਾ। ਪਹਿਲੀ ਵਾਰ ਆਪਾਂ ਲਿਖਿਆ ਤੇ ਮਹਾਰਾਜ ਨੇ ਖੰਡ ਪਾਠੀ ਬਣਾਤਾ, ਟਕਸਾਲੀ ਪਾਠ ਤਾਂ ਪਹਿਲਾਂ ਵੀ ਕਰੀਦਾ ਸੀਗਾ ਤੇ ਟਕਸਾਲ ਦੀ ਮੋਹਰ ਦਾ ਬਣਾਤਾ। ਫਿਰ ਦੂਜੀ ਵਾਰੀ ਉਡਾੜਾ ਲਿਖਿਆ ਤੇ ਆ ਅੱਖਰ ਮਹਾਰਾਜ ਨੇ ਸਮਝ ਦੇਤੀ। ਤੇ ਇਉਂ ਗੁਰੂ ਸਾਹਿਬ ਦੀ ਕਿਰਪਾ ਉੱਥੇ ਊੜਾੜਾ ਲਿਖਣ ਤੋਂ ਵੀ ਹੁੰਦੀ ਹੈ। ਤੋ ਜਿਹੜੇ ਬੱਚਿਆਂ ਦੀ ਬੁੱਧੀ ਮੰਦ ਬੁੱਧੀ ਹੋਵੇ, ਅੱਖਰ ਨਾ ਚੱਲਦੇ ਹੋਣ, ਆਪਦੇ ਬੱਚਿਆਂ ਨੂੰ ਉੱਥੇ ਸਪੈਸ਼ਲ ਕਿਤੇ ਛੁੱਟੀ ਜਾਂ ਕੋਈ ਕਿਸੇ ਤਰੀਕੇ ਨਾਲ ਕੋਈ ਵਿਧੀ ਬਣੇ ਤਾਂ ਲੈ ਕੇ ਜਾਓ, ਉੱਥੇ ਮਹਾਰਾਜ ਦੇ ਦਰਸ਼ਨ ਕਰਾਓ। ਤੇ ਗੁਰੂ ਸਾਹਿਬ ਦੇ ਲਿਖਣਸਰ ਵਿਖੇ ਗੁਰੂ ਸਾਹਿਬ ਦਾ ਵਰ ਹੈ ਵੀ ਇੱਥੇ ਬੈਲ ਬੁੱਧੀ ਵੀ ਜੇ ਆਏਗਾ ਦਰਸ਼ਨ ਪਾਏਗਾ ਤੇ ਊੜਾੜਾ ਲਿਖੇਗਾ, ਉਹਦੀ ਬੁੱਧੀ ਤੀਬਰ ਹੋ ਜਾਏਗੀ। ਮਹਾਰਾਜ ਦੀ ਬਖਸ਼ਿਸ਼ ਗੁਰੂ ਘਰ ਵਿੱਚ ਪ੍ਰਧਾਨ ਹੈ। ਘੱਟ ਵਿਦਿਆ ਪੜ੍ਹਨ ਤੋਂ ਸਮਝ ਜ਼ਿਆਦੀ ਆਉਂਦੀ ਹੈ। ਇਹ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਉਹਦਾ ਨਾਮ ਰੱਖਿਆ ਗੁਰੂ ਕਾਸ਼ੀ। ਉੱਥੇ ਅੱਜ ਕੱਲ੍ਹ ਹੁਣ ਯੂਨੀਵਰਸਿਟੀ ਚੱਲਦੀ ਹੈ, ਉਸੇ ਹੀ ਕਾਲਜ ਵੱਖਰਾ ਹੈ, ਯੂਨੀਵਰਸਿਟੀ ਵੱਖਰੀ ਹੈ। ਉੱਥੇ ਕਾਲਜ ਯੂਨੀਵਰਸਿਟੀ 'ਚ ਪੜ੍ਹਾਈ ਕਰਕੇ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜੀ ਦੇ ਸਾਹਿਬਜ਼ਾਦਾ ਜੀ ਬੜੇ ਹੀ ਸਾਊ ਕਿਸਮ ਦੇ ਇਨਸਾਨ ਤੇ ਪੜ੍ਹ ਕੇ ਤਰੱਕੀ ਪਾ ਕੇ ਸ਼੍ਰੋਮਣੀ ਕਮੇਟੀ ਦੇ ਵਿੱਚ ਸਿਲੈਕਟ ਹੋਏ। ਪਹਿਲਾਂ ਪਟਿਆਲੇ ਗੁਰਦੁਆਰਾ ਦੁੱਖ ਨਿਵਾਰਨ, ਹੁਣ ਉਹ ਸਿੰਘ ਸਾਹਿਬ ਬਣੇ ਹਨ ਹਰਿਮੰਦਰ ਸਾਹਿਬ ਦੇ। ਇੰਜ ਗੁਰਮਤਿ ਦੀ ਪੜ੍ਹਾਈ ਵੀ ਬੜੀ ਚੜ੍ਹਦੀ ਕਲਾ ਦੇ ਨਾਲ ਉੱਥੇ ਹੁੰਦੀ ਹੈ। ਬਾਕੀ ਹੋਰ ਪੜ੍ਹਾਈਆਂ ਵੀ ਹੈ। ਉਹਦਾ ਨਾਮ ਮਹਾਰਾਜ ਨੇ ਆਖਿਆ ਗੁਰੂ ਕਾਸ਼ੀ। ਲੋਕ ਪਹਿਲਾਂ ਕਾਸ਼ੀ 'ਚ ਪੜ੍ਹਨ ਜਾਂਦੇ ਹੁੰਦੇ ਸੀਗੇ, ਬਨਾਰਸ ਦੇ ਵਿੱਚ ਹੀ ਪੜ੍ਹਾਈ ਮੰਨੀ ਜਾਂਦੀ ਸੀ। ਸਤਿਗੁਰਾਂ ਨੇ ਉਹ ਸਾਰੀ ਪੜ੍ਹਾਈ ਵਲੇਟ ਕੇ ਗੁਰਦੁਆਰੇ ਲੈ ਆਂਦੀ ਹੈ। ਉੱਥੋਂ ਹੀ ਦਮਦਮੀ ਟਕਸਾਲ ਦੀ ਰਮਤਾ ਹੋਈ। ਇਹ ਸਾਰੀਆਂ ਬਖਸ਼ਿਸ਼ਾਂ ਦੀ ਜਗ੍ਹਾ ਤਖਤ ਸ੍ਰੀ ਦਮਦਮਾ ਸਾਹਿਬ, ਜਿੱਥੇ ਅੱਜ ਮਹਾਰਾਜ ਜੀ ਚੌਂਕੜਾ ਮਾਰ ਕੇ ਬੈਠੇ ਹੋਏ ਹਨ। ਭਈ ਨ ਚਿੰਤਾ ਰਿਪਨ ਬਲ ਹਰਿਓ। ਵੈਰੀਆਂ ਦਾ ਬਲ ਦੂਰ ਕਰਕੇ ਮਹਾਰਾਜ ਨਿਸ਼ਚਿੰਤ ਹੋ ਕੇ ਉੱਥੇ ਬੈਠ ਗਏ। ਬਸਰੀ ਸੁਧ ਸਭ ਦੇਸ਼ ਬਦੇਸਾ। ਇਹ ਖਬਰ ਕਿ ਗੁਰੂ ਸਾਹਿਬ ਜੀ ਮਾਲਵੇ ਦੇ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਵਿਖੇ ਬਿਰਾਜਮਾਨ ਨੇ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਖਬਰ ਫੈਲ ਗਈ। ਆਵਨ ਸੰਗਤਾ ਲੱਗੀ ਹਮੇਸ਼ਾ। ਇਉਂ ਹਮੇਸ਼ਾ ਹੀ ਫਿਰ ਸਦਾ ਹੀ ਸੰਗਤ ਹੋਣ ਲੱਗ ਪਈ। ਅਰਪ ਪੂਰਨ ਦਰਸ਼ਨ ਕਰ। ਸੰਗਤ ਉਪਹਾਰ ਅਰਪਣ ਕਰਕੇ ਦਰਸ਼ਨ ਕਰਦੀ ਹੈ। ਮਨੋ ਕਾਮਨਾ ਤੂਰਨ ਪੂਰਨ। ਅਤੇ ਝਟਪਟ ਹੀ ਆਪਣੇ ਮਨ ਦੀਆਂ ਕਾਮਨਾਵਾਂ ਨੂੰ ਪੂਰਨ ਕਰਦੀ ਹੈ। ਲਗਾ ਦੀਵਾਨ ਸ਼ਬਦ ਕੋ ਗਾਵਹਿ। ਦੀਵਾਨ ਲੱਗਦਾ
ਰਬਾਬੀ ਸਿੱਖ ਸ਼ਬਦ ਗਾਉਂਦੇ ਹਨ। ਪ੍ਰੇਮੀ ਸਿੰਘ ਹਜ਼ਾਰੋਂ ਆਵਹਿ ਹਰ ਹਜ਼ਾਰਾਂ ਹੀ ਗੁਰੂ ਘਰ ਦੇ ਪ੍ਰੇਮੀ ਸਿੰਘ ਆਉਂਦੇ ਨੇ। ਸਿਰ ਪ੍ਰਭ ਚਾੜੇ ਅਖੀਰ ਕੋ ਚਾਲੇ ਇੱਕ ਦਿਨ ਸਤਿਗੁਰ ਸੱਚੇ ਪਾਤਸ਼ਾਹ ਜੀ ਘੋੜੇ ਪਰ ਸਵਾਰ ਹੋ ਕੇ ਚੱਲ ਪਏ। ਸੰਗੇ ਸਿੰਘ ਅਰੂੜਤ ਜਾਲੇ ਸ਼ਿਕਾਰ ਖੇਡਣ ਚੱਲੇ ਨੇ ਤੇ ਵੱਡੀ ਗਿਣਤੀ ਵਿੱਚ ਸਾਥੀ ਸਿੰਘ ਵੀ ਘੋੜਿਆਂ ਦੇ ਉੱਪਰ ਸਵਾਰ ਹੋ ਕੇ ਪਿੱਛੇ ਪਿੱਛੇ ਚੱਲੇ। ਤਾ ਜਬ ਡੇਰੇ ਤੇ ਨਿਕਸਨ ਲਾਗੇ ਜਦ ਗੁਰੂ ਜੀ ਮਹਾਰਾਜ ਆਪ ਦੇ ਡੇਰੇ ਵਿੱਚੋਂ ਬਾਹਰ ਨਿਕਲਣ ਲੱਗੇ ਕਾਹਿਓ ਸਾਧ ਕਿਸਤਰੀ ਆਗੇ ਤਾਂ ਇੱਕ ਬੀਬੀ ਨੇ ਗੁਰੂ ਸਾਹਿਬਾਂ ਦੇ ਅੱਗੇ ਖੜੇ ਹੋ ਕੇ ਇੱਕ ਸੱਦ ਬੋਲੀ। ਬਿਨੈ ਕਰਿੰਦੀ ਵੋ ਸਤਿਗੁਰ ਗੋਬਿੰਦ ਸਿੰਘ ਅੱਗੇ ਕਿ ਇਹ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ, ਮੈਂ ਜਾਚਕ ਬਣ ਕੇ ਆਪ ਦੇ ਅੱਗੇ ਬੇਨਤੀ ਕਰਦੀ ਹਾਂ। ਸੋਹਣੀ ਦਾਹੜੀ ਬੀਬੀ ਪੱਗੇ ਜਿਨ੍ਹਾਂ ਸਤਿਗੁਰਾਂ ਦੀ ਸੋਹਣੀ ਦਾੜੀ ਹੈ ਤੇ ਸੁੰਦਰ ਬੀਬੀ ਪੱਗ ਹੈ। ਗੋਤ ਵੜਾਏ ਚ ਪਿੰਡ ਹੈ ਚੱਬੇ ਮੇਰੀ ਗੋਤ ਵੜੈਂਚ ਹੈ ਤੇ ਚੱਬਾ ਮੇਰਾ ਪਿੰਡ ਹੈ। ਖਾਲੀ ਚਲੀ ਜੇ ਇੱਕ ਫਲ ਲੱਗੇ ਇਸ ਦੁਨੀਆ ਤੋਂ ਮੈਂ ਬਾਂਝ ਹੀ ਚੱਲੀ ਹਾਂ। ਬੀਬੀਆਂ ਦਾ ਗਹਿਣਾ ਹੈ ਸੁਪੁੱਤਰ ਦੇ ਦਰਸ਼ਨ ਹੋਣ ਤੋ ਇੰਜ ਆਪ ਜੀ ਦੀ ਕਿਰਪਾ ਹੋਵੇ ਤੇ ਮੈਨੂੰ ਇੱਕ ਬੱਚੇ ਦਾ ਫਲ ਲੱਗ ਜਾਵੇ ਜੀ। ਸੋਨ ਸਾਹਿਬ ਤਿਸ ਕੀ ਦਿਸ ਹੇਰਾ ਸਤਿਗੁਰੂ ਜੀ ਨੇ ਸੁਣ ਕੇ ਉਸ ਬੀਬੀ ਦੇ ਵੱਲ ਗੌਰ ਦੇ ਨਾਲ ਵੇਖਿਆ, ਤੱਕਿਆ। ਮੁਸਕਾਨੇ ਭਾਖਿਓ ਕਹੋ ਫੇਰ ਮੁਸਕਰਾ ਕੇ ਫਿਰ ਗੁਰੂ ਸਾਹਿਬ ਜੀ ਬੋਲੇ। ਇਸਤਰੀ ਸੁਨ ਕਰ ਬਹੁਰੇ ਉਚਾਰ ਇਸਤਰੀ ਨੇ ਮਹਾਰਾਜ ਕੀ ਬੋਲੇ? ਕਹਿੰਦੇ ਐ ਬੀਬੀ ਇੱਕ ਵਾਰੀ ਫਿਰ ਕਹੋ ਕੀ ਆਖਿਆ ਤੂੰ? ਤਾਂ ਉਸ ਬੀਬੀ ਨੇ ਸੁਣ ਕੇ ਦੁਬਾਰਾ ਉਚਾਰਨ ਕੀਤੀ। ਸੱਦ ਸੱਦ ਇੱਕ ਛੰਦ ਹੈ। ਜਿਸ ਤਰ੍ਹਾਂ ਮੱਝਾਂ ਚਾਰਨ ਵਾਲੇ ਮੋਢੇ ਤੇ ਪ੍ਰਾਣੀ ਰੱਖ ਕੇ ਆਪਦੀ ਮੌਜ ਗਾਉਂਦੇ ਫਿਰਦੇ ਨੇ, ਉਹ ਮਲਵਈ ਜੋ ਗਾਉਂਦੇ ਨੇ ਉਹਨਾਂ ਨੂੰ ਸੱਦ ਕਹਿੰਦੇ ਨੇ। ਪੂਰਬ ਗਾਇਓ ਜਿਸੀ ਪ੍ਰਕਾਰਾ ਜਿਵੇਂ ਪਹਿਲਾਂ ਗਾਇਆ ਸੀ ਉਂਝ ਹੀ ਉਸ ਬੀਬੀ ਨੇ ਗਾ ਕੇ ਸੁਣਾਇਆ। ਬਿਨੈ ਕਰਿੰਦੀ ਉਹ ਸਤਿਗੁਰ ਗੋਬਿੰਦ ਸਿੰਘ ਅੱਗੇ ਸੋਹਣੀਏ ਦਾੜੀਏ ਬੀਬੀਏ ਪੱਗੇ ਗੋਦ ਵੜਾਈ ਚ ਪਿੰਡ ਹੈ ਚੱਬੇ ਤੇ ਖਾਲੀ ਚੱਲੀ ਜੇ ਇੱਕ ਫਲ ਲੱਗੇ। ਪ੍ਰਭੂ ਜੀ ਪ੍ਰਭੂ ਕਹਾਂ ਤੇ ਆਈ ਫਿਰ ਸਤਿਗੁਰੂ ਜੀ ਨੇ ਪੁੱਛਿਆ ਕਿ ਐ ਬੀਬੀ ਤੂੰ ਕਿੱਥੋਂ ਆਈ ਹੈ? ਕੌਣ ਦੇਸ ਕਿਸ ਗ੍ਰਾਮ ਬਸਾਈ ਤੇਰਾ ਦੇਸ਼ ਕਿਹੜਾ ਹੈ? ਕਿਹੜੇ ਪਿੰਡ ਵਿੱਚ ਤੂੰ ਰਹਿੰਦੀ ਹੈ? ਗੁਰੂ ਗਰੀਬ ਨਿਵਾਜ ਸੁਨੀਜੈ ਉਹ ਕਹਿਣ ਲੱਗੀ, ਹੇ ਗਰੀਬ ਨਿਵਾਜ ਸਤਿਗੁਰੂ ਜੀ ਸੁਣਨਾ ਕਰੋ। ਚੱਬਾ ਮਾਝੇ ਦੇਸ ਜਨੀਜੈ ਸਾਡਾ ਪਿੰਡ ਵਰਪਾਲ ਹੈ ਤੇ 3 ਕਿਲੋਮੀਟਰ ਨਾਲ ਹੀ ਚੱਬਾ ਪਿੰਡ ਹੈ। ਵਰਪਾਲ ਥੋੜਾ ਜਿਹਾ ਸੜਕ ਤੋਂ ਹਟ ਕੇ ਹੈ ਤੇ ਚੱਬਾ ਸੜਕ ਦੇ ਉੱਪਰ ਹੀ ਹੈ। 3 ਕਿਲੋਮੀਟਰ ਦਾ ਫਰਕ ਹੈ, ਬਹੁਤਾ ਨਹੀਂ। ਸਟੇਸ਼ਨ ਰੇਲਵੇ ਵਾਲਾ ਗੋਲਵਾੜੀ ਲੱਗਦਾ ਤੇ ਇੱਕ ਜੋ ਮਾਤਾ ਸੁਲੱਖਣੀ ਦਾ ਗੁਰਦੁਆਰਾ ਉੱਥੇ ਬਿਲਕੁਲ ਸਟੇਸ਼ਨ ਆਪਣਾ ਲੈਣ ਦੇ ਉੱਪਰ ਉੱਥੇ ਵੀ ਸਟੇਸ਼ਨ ਬਣਿਆ ਹੋਇਆ ਹੈ। ਇਉਂ ਮਾਝੇ ਦੇ ਵਿੱਚ ਮਹਾਰਾਜ ਚੱਬਾ ਪਿੰਡ ਹੈ। ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਜਨਮ ਦਿਹਾੜਾ ਆ ਰਿਹਾ ਹੈ ਤੇ 27 ਫਰਵਰੀ ਨੂੰ ਸਾਡੇ ਕੈਲੰਡਰ ਦੇ ਉੱਪਰ ਲਿਖਿਆ ਹੋਇਆ। ਜਿੱਥੇ ਗੁਰਦੁਆਰਾ ਟਾਹਲਾ ਸਾਹਿਬ ਸੜਕ ਦੇ ਉੱਪਰ ਹੀ ਬਾਬਾ ਜੀ ਦਾ ਸੀਸ ਉਤਰਿਆ, ਉੱਥੇ ਵੀ ਗੁਰਦੁਆਰਾ ਸਾਹਿਬ ਬਣਿਆ। ਜਿੱਥੇ ਗੋਲਵੜ ਮੈਦਾਨ ਦੇ ਵਿੱਚ ਜੰਗ ਆਰੰਭ ਹੋਇਆ, ਉੱਥੇ ਵੀ ਸੜਕ ਦੇ ਉੱਪਰ ਹੀ ਗੁਰਦੁਆਰਾ ਬਣਿਆ ਹੋਇਆ। ਤੇ ਚੱਬੇ ਦੇ ਬਿਲਕੁਲ ਸਾਹਮਣੇ ਬਾਬਾ ਨੌਧ ਸਿੰਘ ਦੀ ਸਮਾਧ ਹੈ, ਉੱਥੇ ਵੀ ਗੁਰਦੁਆਰਾ ਸਾਹਿਬ। ਬਾਬੇ ਬਕਾਲੀਆ ਨਿਹੰਗ ਸਿੰਘਾਂ ਦੀ ਸੇਵਾ, ਜਿੱਥੇ ਬਾਬਾ ਨੌਧ ਸਿੰਘ ਜੀ ਸ਼ਹੀਦ ਹੋਏ। ਉਹ ਕਹਿੰਦੇ ਮੀਤ ਜਥੇਦਾਰ ਸਨ,
ਇੰਜ ਉਹ ਸਾਰਾ ਹੀ ਅਸਥਾਨ ਸਾਧ ਸੰਗਤ ਜੀਓ ਸ਼ਹੀਦਾਂ ਦੇ ਖੂਨ ਨਾਲ ਪਵਿੱਤਰ ਹੋਇਆ ਹੈ। ਬਿਲਕੁਲ ਸੇਮ ਸਟੋਰੀ 6ਵੇਂ ਪਾਤਸ਼ਾਹ ਜੀ ਦੇ ਵੇਲੇ ਵੀ ਵਾਪਰੀ ਹੈ। ਚੱਬੇ ਵਾਲੀ ਮਾਤਾ, ਉਹਦਾ ਸੁਲੱਖਣੀ ਨਾਮ ਸੀਗਾ, ਨਾਮ ਸੁਲੱਖਣੀ, ਵਸਦੀ ਹੈ ਚੱਬੇ, ਬੀਬੀਏ ਦਾੜੀਏ, ਸੋਹਣੀਏ ਪੱਗੇ, ਅਫਲ ਜਾਂਦੀ ਨੂੰ ਕੋਈ ਫਲ ਲੱਗੇ। ਜਿਹੜਾ ਉੱਥੇ ਗੁਰਦੁਆਰਾ ਬਣਿਆ ਉੱਥੇ ਇਹ ਸਾਖੀ ਪ੍ਰਸਿੱਧ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਵਾਲੀ ਹੈ ਕਿ ਭਾਈ ਗੁਰਦਾਸ ਜੀ ਨੇ ਉਹਨੂੰ ਸਮਝਾਇਆ ਸੀਗਾ। ਫਿਰ ਉਹ ਕਲਮ ਤੇ ਦਵਾਤ ਲੈ ਕੇ ਅਗਲੇ ਦਿਨ ਆਈ ਤੇ ਮਹਾਰਾਜ ਨੇ ਸਾਧ ਸੰਗਤ ਜੀ ਜਦ ਏਕਾ ਲਿਖਣਾ ਸ਼ੁਰੂ ਕੀਤਾ ਤੇ ਘੋੜੇ ਦੇ ਕੰਨ 'ਚੋਂ ਨੇ ਆਖਿਆ ਵੀ ਮੇਰੀ ਮਦਦ ਕਰੀ। ਘੋੜੇ ਨੇ ਸਿਰ ਹਿਲਾਇਆ ਤੇ ਗੁਰੂ ਸਾਹਿਬ ਨੇ ਸਾਥਾ ਪਾਇਆ ਤੇ ਫਿਰ ਮਹਾਰਾਜ ਨੇ ਜਣਾਇਆ ਕਿ ਜੋ ਅਸੀਂ ਲਿਖਦੇ ਹਾਂ ਉਹ ਬਿਲਕੁਲ ਸੱਤ ਹੈ। ਕਹਿੰਦੇ 7 ਪੁੱਤਰ ਹੋਣਗੇ। ਕਹਿੰਦੀ ਮਹਾਰਾਜ ਆਪ ਦੀ ਕਿਰਪਾ ਹੈ, ਸੱਤੇ ਹੀ ਕੰਮ ਦੇ ਲਾਉਂਗੀ ਕਿਉਂਕਿ ਜੱਟਾਂ ਦੇ ਘਰ ਕੰਮ ਬਹੁਤ ਜ਼ਿਆਦਾ ਹੁੰਦਾ। ਪੈਲੀ ਦੀ ਵਾਹੀ ਜੋਤੀ, ਪੱਠੇ ਵੱਢਣੇ, ਬੀਜਣੇ ਤੇ ਪਾਣੀ ਲਾਉਣਾ, ਮੱਝਾਂ ਡੰਗਰ ਸਾਂਭਣੇ, ਦੁੱਧ ਨੂੰ ਚੋਣਾ ਫਿਰ ਵੇਚਣਾ, 100 ਕਾਰੋਬਾਰ ਹੁੰਦੇ ਨੇ ਤੇ ਮੈਨੂੰ ਤੇ ਇੰਨੇ ਵੀ ਥੋੜੇ ਨੇ। ਮਹਾਰਾਜ ਬੜੇ ਪ੍ਰਸੰਨ ਹੋਏ। ਉਹਦੀ ਸ਼ਰਧਾ ਭਾਵਨਾ ਵੇਖ ਕੇ ਇਹੀ ਸਟੋਰੀ 6ਵੇਂ ਪਾਤਸ਼ਾਹ ਵੇਲੇ ਵੀ ਹੋਈ ਹੈ ਤੇ ਉਹਦਾ ਪਿੰਡ ਵੀ ਚੱਬਾ ਕਿਹਾ ਜਾਂਦਾ ਤੇ ਨਾਮ ਦਾ ਸੁਲੱਖਣੀ ਸੀਗਾ। ਇਹ ਸ਼ਾਇਦ ਦੇਸਾਂ ਜੱਟੀ ਹੈ ਤੇ ਇਹਦਾ ਵੀ ਸੇਮ ਹੀ ਇਤਿਹਾਸ ਹੈ। ਇਹ ਹੁਣ ਕਵੀ ਸੰਤੋਖ ਸਿੰਘ ਜੀ ਦੀ ਖੋਜ ਹੈ ਤੇ ਉਹਨਾਂ ਨੂੰ ਕਿਵੇਂ ਸਰੋਤ ਮਿਲਿਆ ਉਹ ਕਵੀ ਸਾਹਿਬ ਜੀ ਇਸ ਗ੍ਰੰਥ ਦੇ ਵਿੱਚ ਇੰਜ ਉਚਾਰ ਰਹੇ ਹਨ। ਸਿਰੇ ਅੰਮ੍ਰਿਤ ਸਰ ਦੱਖਣ ਪਾਸੇ, ਇਹ ਸੱਚੇ ਪਾਤਸ਼ਾਹ ਜਿਹੜਾ ਅੰਮ੍ਰਿਤਸਰ ਸਾਹਿਬ ਤੋਂ ਦੱਖਣ ਵਾਲੇ ਪਾਸੇ ਹੈ, ਚੱਬਾ ਪਿੰਡ 3 ਕੋਸ ਪਰ ਗ੍ਰਾਮ ਸੁਬਾਸੇ, ਅੰਮ੍ਰਿਤਸਰ ਤੋਂ 3 ਕੋਸ ਦੀ ਦੂਰੀ ਤੇ ਹੈ ਤੇ ਇੰਨਾ ਕੁ ਦੂਰ ਹੈ। ਤਹ ਤੇ ਮੈਂ ਆਈ ਤਰਿਆ ਸਾਂ, ਉਥੋਂ ਮੈਂ ਆਸ ਧਾਰ ਕੇ ਆਪ ਜੀ ਦੇ ਚਰਨਾਂ ਵਿੱਚ ਆਈ ਹਾਂ। ਚਾਚਨ ਪੁੱਤਰ ਆਪ ਕੇ ਪਾਸਾ, ਆਪ ਜੀ ਦੇ ਪਾਸੋਂ ਪੁੱਤਰ ਮੰਗਣ ਵਾਸਤੇ ਆਈ ਹਾਂ ਜੀ। ਬੈਠੇ ਸਭਾ ਨ ਮੰਗਿਓ ਗਇਓ। ਕਵੀ ਸੰਤੋਖ ਸਿੰਘ ਨੇ 6ਵੇਂ ਪਾਤਸ਼ਾਹ ਦੇ ਇਤਿਹਾਸ 'ਚ ਵੀ ਇਹੀ ਸਾਖੀ ਲਿਖੀ ਹੈ। ਮਾਤਾ ਸੁਲੱਖਣੀ ਦੀ ਵੀ ਉੱਥੇ ਵੀ ਲਿਖੀ ਹੈ, ਇੱਥੇ ਵੀ ਲਿਖੀ ਹੈ। ਸਾਧ ਬਿਖੈ ਤੁਮ ਸਨ ਕਹਿ ਦਇਓ। ਮਹਾਰਾਜ ਨੂੰ ਬੇਨਤੀ ਕੀਤੀ ਕਿ ਤੁਹਾਡੀ ਸਭਾ ਵੇਖ ਕਰਕੇ ਮੈਂ ਥੋੜਾ ਸੰਕੋਚ ਕਰ ਗਈ, ਉਂਝ ਸਿੱਧੀ ਬੇਨਤੀ ਨਹੀਂ ਕਰ ਸਕੀ ਤੇ ਮੈਂ ਸਦ ਰੂਪ ਦੇ ਵਿੱਚ, ਕਵਿਤਾ ਰੂਪ ਦੇ ਵਿੱਚ ਆਪ ਨੂੰ ਬੇਨਤੀ ਕੀਤੀ ਹੈ। ਦੂਰ ਪੰਥ ਤੇ ਮੈਂ ਚੱਲ ਆਈ, ਮੈਂ ਬਹੁਤ ਦੂਰ ਤੋਂ ਚੱਲ ਕੇ ਆਈ ਹਾਂ ਜੀ। ਪੁਰਹੁ ਕਾਮਨਾ ਸਰਨ ਤਕਾਈ, ਮੇਰੀ ਕਾਮਨਾ ਪੂਰੀ ਕਰੋ ਜੀ। ਮੈਂ ਆਪ ਜੀ ਦੀ ਸ਼ਰਨ ਤੱਕੀ ਹੈ। ਸੁਨ ਪ੍ਰਭ ਹੁਕਮ ਦਾਸ ਕੋ ਕਹਿਓ। ਸਤਿਗੁਰੂ ਜੀ ਨੇ ਸੁਣ ਕੇ ਸੇਵਕ ਨੂੰ ਹੁਕਮ ਦੇ ਕੇ ਕਿਹਾ, ਮਾਸੇ ਅਰ ਕਲਮ ਆਨੇ ਅਬ ਚਹਿਓ। ਸਿਆਹੀ, ਦਵਾਤ ਅਤੇ ਕਲਮ ਲੈ ਕੇ ਆਵੋ। ਲਿਆਇਓ ਤੁਰਤ ਗੁਰੂ ਲਿਖ ਦੀਨਾ। ਉਹਦੇ ਮੱਥੇ ਤੇ ਲੇਖ ਨਹੀਂ ਹੋਊਗਾ ਪੁੱਤਰ ਦਾ ਤੇ ਜਦ ਸੇਵਕ ਲੈ ਕੇ ਆਇਆ ਸਿਆਹੀ ਤੇ ਕਲਮ ਤਾਂ ਗੁਰੂ ਜੀ ਤੁਰੰਤ ਹੀ ਲਿਖਣ ਲੱਗ ਪਏ। ਸਿੱਖ ਨੇ ਦਾਇ ਬੇਹਿਤ ਕਰ ਲੀਨਾ। ਸਿੱਖ ਨੇ ਫਿਰ ਕਲਮ ਦਵਾ ਦੇਣ ਵਾਸਤੇ ਆਪਣੇ ਹੱਥ ਵਿੱਚ ਫੜ ਲਈ। ਗੁਰ ਬੋਲੇ ਇੱਕ ਸੁਤ ਤੋਹੇ ਦਾਇਓ। ਗੁਰੂ ਮਹਾਰਾਜ ਜੀ ਕਹਿਣ ਲੱਗੇ, ਲੈ ਬੀਬੀ ਆ ਕਾਗਜ਼ ਲੈ ਲਾ, ਤੈਨੂੰ ਇੱਕ ਪੁੱਤਰ ਆਪਾਂ ਲਿਖ ਕੇ ਦੇ ਦਿੱਤਾ ਹੈ। ਕਾਗਤ ਪਿਖਤ ਸਿੱਖ ਲਖ ਲਿਓ। ਪਰ ਕਾਗਜ਼ ਨੂੰ ਵੇਖ ਕੇ ਸਿੱਖ ਜਾਣ ਗਿਆ। ਮਹਾਰਾਜੇ ਸਾਤਾ ਭਇਓ। ਕਹਿਣ ਲੱਗਾ ਮਹਾਰਾਜ ਇਹ ਤਾਂ ਸਾਤਾ ਬਣ ਗਿਆ। ਜਿਹੜਾ ਗੁਰਮੁਖੀ ਦਾ ਏਕਾ ਤੇ ਸਾਤਾ ਥੋੜਾ ਜਿਹਾ ਫਰਕ ਹੁੰਦਾ। ਜਦ ਏਕਾ ਲਿਖੀਏ ਉਹਦੀ ਕੁੰਡੀ ਥੋੜੀ ਜੀ ਸੱਜੇ ਹੱਥ ਨੂੰ ਤਾਂ ਕਰੀਦੀ ਹੈ, ਸਾਤੇ ਦੀ ਖੱਬੇ ਹੱਥ ਨੂੰ ਖੁੱਲੀ ਰੱਖ ਦੇਈਦੀ ਹੈ। ਉਹ ਕਿਤੇ ਮਹਾਰਾਜ ਦਾ ਹੱਥ ਸੱਜੇ ਖੱਬੇ ਹੋਣ ਦੇ ਨਾਲ ਉਹ ਸਾਦਾ ਲਿਖਿਆ ਗਿਆ। ਮੁਖ ਤੇ ਕਹਿਓ ਇੱਕ ਸੁਤ ਦਇਓ। ਉਹ ਸੇਵਕ ਕਹਿਣ ਲੱਗਾ, ਆਪ ਜੀ ਆਪ ਦੇ ਮੁਖ ਤੋਂ ਕਹਿ ਰਹੇ ਹੋ ਵੀ ਇੱਕ ਪੁੱਤਰ ਦਿੱਤਾ,
ਲਿਖ ਕੇ ਸਾਦਾ ਦੇ ਰਹੇ ਹੋ ਜੀ। ਸੁਨ ਪ੍ਰਭ ਕਹਿਓ ਸਭ ਤਹੀਂ ਹੋਏ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜਾ ਕਾਗਜ਼ ਲਿਖਿਆ ਜਾਏ ਉਹ ਪ੍ਰਮਾਣ ਮੰਨਿਆ ਜਾਂਦਾ। ਤੇ ਮਹਾਰਾਜ ਨੇ ਇਹ ਵੀ ਜਣਾਇਆ ਕਿ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਾਣੀ ਲਿਖੀ ਹੋਈ ਹੈ ਇਹ ਬਿਲਕੁਲ ਸਤਿਗੁਰ ਕੀ ਬਾਣੀ। ਸਤ ਸਤ ਕਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ ਮੋਹ ਕਢਾਏ। ਮਾਰੇ ਕਹਿੰਦੇ ਸਾਥੀ ਹੋਣਗੇ। ਆਏ ਦੂਰ ਤੇ ਜਾਚੇ ਮੋਹੇ। ਇਹਨੇ ਦੂਰ ਤੋਂ ਆ ਕੇ ਮੈਥੋਂ ਮੰਗਣਾ ਕੀਤਾ ਹੈ। ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾ ਉਹਾ ਸੱਚ ਹੋਵੇ। ਏ ਕਾਗਤ ਇਸਤਰੀ ਹਰ ਖਾਈ। ਉਹ ਲੈ ਕੇ ਕਾਗਜ਼ ਬੀਬੀ ਬਹੁਤ ਪ੍ਰਸੰਨ ਹੋਈ ਹੈ। ਕਰ ਬੰਧਨ ਕੋ ਸਦਨ ਸਦਾਈ। ਔਰ ਗੁਰੂ ਜੀ ਮਹਾਰਾਜ ਨੂੰ ਮੱਥਾ ਟੇਕੇ ਆਪਦੇ ਘਰ ਨੂੰ ਵਾਪਸ ਚੱਬੇ ਪਿੰਡ ਆ ਗਈ। ਇੱਥੇ ਕਥਾ ਦੀ ਸਮਾਪਤੀ ਹੈ ਜੀ। ਭੁੱਲ ਚੁੱਕ ਖਿਮਾ ਕਰਨੀ, ਅੱਗੇ ਦੋ ਸਮਤ ਬਖਸ਼ਣੀ। ਲੈ ਗਦਾ ਇਸਤਰੀ ਹਰ ਖਾਈ। ਕਰ ਬੰਧਨ ਕੋ ਸਦਨ ਸਦਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।